AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, YouTube, ਟਿਕਟੌਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 25 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੀ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-909-00503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਨੀਵਰਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਐਂਟਰਪ੍ਰਾਈਜ਼ ਰੈਂਟਨ ਵਾਸ਼ਿੰਗਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਯੂਨੀਵਰਸਿਟੀ ਦੇ ਵਿੱਚ ਲੋਕੇਟਡ ਨੇ। ਕਾਲ 5307517605। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 8888889914। ਕੁਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੱਧੂ, ਬਿੰਦਰ ਧਾਰੀਵਾਲ ਬੇਕਰਸਫੀਲਡ ਤੇ ਰਿਐਲਟਰ ਕਮਲਜੀਤ ਕੌਰ ਇੰਡੀਆਨਾ ਤੋਂ। ਘਰ ਖਰੀਦਣਾ ਜਾਂ ਵੇਚਣਾ, ਇੰਡੀਆਨਾ ਦੇ ਵਿੱਚ ਮੂਵ ਹੋ ਰਹੇ ਹੋ, ਇਨਵੈਸਟਮੈਂਟ ਪ੍ਰਾਪਰਟੀ ਲੱਭ ਰਹੇ ਹੋ, ਕਾਲ ਕਰੋ 3179099295। ਤੇ ਰਸਟਿਕਾ ਕੇਕ ਐਂਡ ਬੇਕਰੀ ਜੋ ਕਿ ਕਲੋਵਿਸ ਦੇ ਵਿੱਚ ਲੋਕੇਟਡ ਨੇ। ਹਰ ਤਰ੍ਹਾਂ ਦੀ ਓਕੇਜ਼ਨ ਦੇ ਲਈ ਇਹਨਾਂ ਦੇ ਕੋਲੋਂ ਤੁਸੀਂ ਕੇਕ ਲੈ ਸਕਦੇ ਹੋ। ਬਰਥਡੇ, ਮੈਰਿਜਸ, ਵੈਡਿੰਗ ਕੇਕ, ਐਨੀਵਰਸਰੀ ਕੇਕ, ਐਗਲੈਸ ਕੇਕ ਵੀ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ ਕਰੋ 5599407272। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698। ਜੀ, ਜਿੱਥੇ ਆਪਾਂ ਅੱਜ ਸ਼ਹਾਦਤਾਂ ਨੂੰ ਯਾਦ ਕਰ ਰਹੇ ਹਾਂ, ਸਾਹਿਬਜ਼ਾਦਿਆਂ ਨੂੰ, ਤੇ ਪਿਛਲੇ ਕਈ ਦਿਨਾਂ ਤੋਂ ਪੰਜਾਬੀ ਰੇਡੀਓ USA ਦੇ ਉੱਤੇ ਤੁਸੀਂ ਕਥਾ ਵੀ ਸ਼ਾਮ ਨੂੰ ਜਿਹੜੀ ਹੁੰਦੀ ਉਹ ਸਰਵਣ ਕਰਦੇ ਆ ਵੀ ਕਿਸ ਤਰ੍ਹਾਂ 10ਵੇਂ ਪਾਤਸ਼ਾਹ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਵਾਪਰਿਆ। ਤੇ ਦੂਸਰੇ ਪਾਸੇ ਜਿਹੜੇ ਸਾਡੇ ਕ੍ਰਿਸਚੀਅਨ ਭੈਣ ਭਰਾ ਹੈਗੇ ਆ, ਉਹਨਾਂ ਨੂੰ ਕ੍ਰਿਸਮਸ ਦੀਆਂ ਵੀ ਬਹੁਤ ਬਹੁਤ ਵਧਾਈਆਂ ਜੀ। ਤੇ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਹਾਂ। ਉੱਦਾਂ ਜਿੱਦਾਂ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਛੁੱਟੀਆਂ ਦੇ ਦਿਨ ਜਿਹੜੇ ਉਹ ਜ਼ਿਆਦਾ ਜਿਹੜੇ ਉਹ ਚੱਲ ਰਹੇ ਆ। ਬਾਕੀ ਅੱਜ ਦਾ ਟਰੈਵਲ ਦਾ ਦਿਨ ਬਹੁਤ ਵੱਡਾ ਜਿਹੜਾ ਉਹ ਰਹਿੰਦਾ ਆ। ਜ਼ਿਆਦਾਤਰ ਲੋਕ ਆਪੋ ਆਪਣੇ ਥਾਵਾਂ ਦੇ ਉੱਤੇ, ਟਿਕਾਣੇ ਦੇ ਉੱਤੇ ਪਹੁੰਚ ਗਏ ਹੁੰਦੇ ਆ, ਪਰ ਮੌਸਮ ਦੀ ਕਈ ਥਾਵਾਂ ਦੇ ਉੱਤੇ ਖਰਾਬੀ ਦੇ ਕਰਕੇ ਲੋਕਾਂ ਨੂੰ ਜਿਹੜਾ ਪਹੁੰਚਣ ਦੇ ਵਿੱਚ ਮੁਸ਼ਕਿਲਾਂ ਵੀ ਆਉਂਦੀਆਂ ਆ। ਸੋ ਪਰਿਵਾਰ ਦੇ ਵਿੱਚ ਸਾਰਿਆਂ ਨੇ ਬੈਠਣਾ ਆ, ਗੱਲਬਾਤ ਜਿਹੜੀ ਉਹ ਕਰਨੀ ਆ। ਤੇ ਕਹਿੰਦੇ ਵੀ ਲੇਟੈਸਟ ਹਰਜੋਤ ਸਿੰਘ ਜੀ ਸਰਵੇ ਇਸ ਦੇ ਵਿੱਚ ਇਹ ਆਇਆ ਵੀ ਬਹੁਤੇ ਲੋਕ ਇਹ ਪੋਲੀਟਿਕਸ ਦੀ ਗੱਲ ਕਰਨ ਤੋਂ ਗੁਰੇਜ਼ ਜਿਹੜੇ ਉਹ ਕਰਨਾ ਚਾਹ ਰਹੇ ਹੈਗੇ ਆ। ਸੋ ਇਹ ਨਾਰਮਲ ਜੀ ਗੱਲ ਆ, ਸੁਭਾਵਕ ਜੀ ਜਿਹੜੀ ਇਹ ਗੱਲ ਹੈਗੀ ਆ, ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਇਹ ਮੁੱਦੇ ਜਿਹੜੇ ਥੋੜੇ ਕਈ ਵਾਰੀ ਭੱਖ ਜਾਂਦੇ ਤੇ ਆਪਸ ਦੇ ਵਿੱਚ ਫਿਰ ਖਹਿਬਾਜ਼ੀ ਵੱਧ ਜਾਂਦੀ ਆ। ਸੋ ਜਦੋਂ ਤੁਸੀਂ ਬੈਠੇ ਆ ਪਰਿਵਾਰਾਂ ਦੇ ਵਿੱਚ ਤੇ ਪਰਿਵਾਰਕ ਮਾਹੌਲ ਬਣਾ ਕੇ ਰੱਖੋ, ਖੁਸ਼ਨੁਮਾ ਮਾਹੌਲ ਬਣਾ ਕੇ ਰੱਖਣ ਦੀ ਜਿਹੜੀ ਹਮੇਸ਼ਾ ਗੱਲ ਜਿਹੜੀ ਉਹ ਕੀਤੀ ਜਾਂਦੀ ਆ। ਬਾਕੀ ਸਾਰੇ ਜਣੇ ਜਿਹੜੇ ਕਈ ਜਿਹੜੇ ਕਹਿ ਲਓ ਵੀ ਫਸੇ ਪਏ ਨੇ ਹਰਜੋਤ ਸਿੰਘ ਜੀ, ਉਹਨਾਂ ਦੇ ਅਸੀਂ ਪਰਿਵਾਰਾਂ ਦੇ ਨਾਲ ਜਲਦੀ ਪਹੁੰਚਣ ਦੀ ਜਿਹੜੀ ਉਹ ਕਾਮਨਾ ਕਰਦੇ ਆ। ਜੀ, ਸੋ ਬਿਲਕੁਲ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਪੋਲਿਟਿਕਸ ਦੀ ਗੱਲ ਨਹੀਂ ਕਰਨੀ ਚਾਹੀਦੀ। ਕੱਲ ਸਾਡੇ ਸੈਨੋਜ਼ੇ ਦੇ ਜਿਹੜੇ ਇੰਜੀਨੀਅਰ ਆ ਬਿੱਲ, ਉਹ ਆਏ, ਉਹ ਕਹਿੰਦੇ ਜਿੱਦਾਂ ਦਾ ਟਰੰਪ ਜਿੱਤਿਆ ਮੇਰੀ ਘਰ ਵਾਲੀ TV ਨਹੀਂ ਔਨ ਕਰਨ ਦਿੰਦੀ। ਸੋ ਕਹਿੰਦਾ ਮੈਨੂੰ ਖਬਰਾਂ ਦਾ ਪਤਾ ਨਹੀਂ ਵੀ ਕੀ ਹੋ ਰਿਹਾ ਦੁਨੀਆ ਦੇ ਵਿੱਚ। ਏਦਾਂ ਦਾ ਮਾਹੌਲ ਨਹੀਂ ਬਣਨਾ ਚਾਹੀਦਾ। ਹਾਂਜੀ। ਸੋ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਬਹੁਤ ਹੀ ਮਾੜੀ ਖਬਰ ਕਾਜ਼ਕਿਸਤਾਨ ਤੋਂ ਆ ਰਹੀ ਆ। ਇੱਕ ਕਾਜ਼ਕਿਸਤਾਨ ਦਾ ਜਿਹੜਾ ਜਹਾਜ਼ ਆ ਜਿਹਦੇ ਵਿੱਚ 69 ਸਵਾਰੀਆਂ ਸੀਗੀਆਂ, ਉਹ ਕ੍ਰੈਸ਼ ਕਰ ਗਿਆ। 38 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਹੈਗੀ ਆ। ਐਜ਼ਰਬਾਈਜਾਨ ਦੀ ਜਿਹੜੀ 에ਅਰਲਾਈਨ ਸੀ J2A243, ਉਸ ਨੂੰ ਅੱਗ ਲੱਗ ਗਈ ਜਦੋਂ ਉਹ ਐਮਰਜੈਂਸੀ ਲੈਂਡ ਕਰਨ ਲਈ ਕੋਸ਼ਿਸ਼ ਕਰ ਰਿਹਾ ਸੀ ਕਾਜ਼ਕ ਸਿਟੀ ਆਫ ਅਕਟੋ। ਤੇ ਪਲੇਨ ਜਿਹੜਾ ਸੀ ਉਹ ਗਰੋਨਜ਼ੀ ਰਸ਼ੀਆ ਨੂੰ ਜਾਣਾ ਸੀ। ਧੁੰਦ ਬਹੁਤ ਜ਼ਿਆਦਾ ਸੀ, ਜਿਹਦੇ ਕਰਕੇ BBC ਰਿਪੋਰਟ ਕਰ ਰਿਹਾ ਪਲੇਨ ਨੂੰ ਡਾਇਵਰਟ ਕਰਨਾ ਪਿਆ। ਕਹਿੰਦੇ ਵੀ ਬਹੁਤ ਸਪੀਡ ਦੇ ਨਾਲ ਗਰਾਊਂਡ ਵੱਲ ਨੂੰ ਜਿਹੜਾ ਪਲੇਨ ਆ ਰਿਹਾ ਸੀ ਤੇ ਜਦੋਂ ਉਹਦਾ ਲੈਂਡਿੰਗ ਗੀਅਰ ਡਾਊਨ ਸੀਗਾ ਤੇ ਜਦੋਂ ਹੀ ਉਸਨੇ ਗਰਾਊਂਡ ਨੂੰ ਟੱਚ ਕੀਤਾ ਤੇ ਉਸ ਨੂੰ ਅੱਗ ਲੱਗ ਗਈ।
ਤੇ ਅਜ਼ਰਬਾਈਜਾਨੀ ਕੈਪੀਟਲ ਜੋ ਹੈਗੀ ਬਾਕੂ, ਉੱਥੋਂ 3:55 ਤੇ ਜਹਾਜ਼ ਚੱਲਿਆ ਸੀ ਤੇ 6:28 ਤੇ ਜੋ ਜਹਾਜ਼ ਆ ਉਹ ਕ੍ਰੈਸ਼ ਕਰ ਗਿਆ। ਤੇ ਕਹਿੰਦੇ ਪਈ ਅਨਕਨਫਰਮ ਰਿਪੋਰਟਸ ਇਹ ਹੈਗੀਆਂ ਰਸ਼ੀਆ ਮੀਡੀਆ ਵੱਲੋਂ ਆ ਰਹੀਆਂ ਵੀ ਜਹਾਜ਼ ਉਹ ਪੰਛੀਆਂ ਦੇ ਵਿੱਚ ਵੱਜਿਆ, ਫਲੌਕ ਆਫ ਬਰਡਸ ਦੇ ਵਿੱਚ ਜਦੋਂ ਕ੍ਰੈਸ਼ ਕੀਤਾ ਹੈਗਾ। ਤੇ 62 ਪੈਸੇਂਜਰ ਸੀਗੇ, 5 ਕਰੂ ਮੈਂਬਰ ਸੀਗੇ, ਤੇ 38 ਜਾਣਿਆਂ ਦੀ ਜਿਹੜੀ ਮੌਤ ਆ ਉਹ ਹੋ ਗਈ। ਕੁਝ ਲੋਕ ਜਿਹੜੇ ਆ ਉਹ ਬਚਾਏ ਜਾ ਸਕੇ ਹੈਗੇ। ਵੀਡੀਓ ਦੇਖੀ ਹਰਜੋਤ ਸਿੰਘ ਜੀ ਇਸ ਜਹਾਜ਼ ਦੀ ਮੈਂ, ਜਦੋਂ ਇਹ ਕ੍ਰੈਸ਼ ਹੋਇਆ ਸੀ। ਕਦੀ ਇਹ ਉੱਤੇ ਨੂੰ ਜਾ ਰਿਹਾ ਸੀ, ਕਦੀ ਇਹ ਥੱਲੇ ਨੂੰ ਜਾ ਰਿਹਾ ਸੀ। ਪਾਇਲਟ ਨੇ ਮੈਨੂੰ ਲੱਗਦਾ ਆਪਣੇ ਵੱਲੋਂ ਟਰਾਈ ਕੀਤੀ ਹੋਣੀ ਆ ਬਹੁਤ ਜ਼ਿਆਦਾ ਇਸ ਨੂੰ ਕੰਟਰੋਲ ਕਰਨ ਦੀ ਵੀ, ਜਾਂ ਜਿੱਦਾਂ ਵੀ ਇਹ ਚੀਜ਼ ਇਹ ਵਾਪਰੀ ਆ, ਪਰ ਇਵੈਂਚੁਅਲੀ ਜਾ ਕੇ ਇਹ ਸਿੱਧਾ ਆ ਕੇ ਥੱਲੇ ਧਰਤੀ ਦੇ ਉੱਤੇ ਜਿਹੜਾ ਉਹ ਜਾ ਵੱਜਾ। ਲਾਸਟ ਦੇ ਵਿੱਚ ਇਹ ਰੋਲ ਵੀ ਜਿਹੜਾ ਉਹ ਸੱਜੇ ਪਾਸੇ ਨੂੰ ਕਰ ਗਿਆ, ਦੋਨੋਂ ਵਿੰਗ ਵਰਟੀਕਲ ਇੱਕ ਹਿਸਾਬ ਦੇ ਨਾਲ ਜਿਹੜੇ ਉਹ ਹੋ ਗਏ ਤੇ ਬਾਅਦ 'ਚ ਥੱਲੇ ਲੈਂਡ ਕਰ ਗਿਆ। ਇਹ ਵਿਚਾਲੇ ਨਾ ਇਹਨਾਂ ਦੋਨਾਂ ਮੁਲਕਾਂ ਦੇ ਵਿਚਾਲੇ ਕੈਸਪੀਅਨ ਸੀ ਪੈਂਦਾ ਆ, ਆਜ਼ਰਬਾਈਜਾਨ ਤੇ ਕਜ਼ਾਕਿਸਤਾਨ ਦੇ ਦਰਮਿਆਨ। ਸੋ ਬਾਕੂ ਤੋਂ ਉੱਡ ਕੇ ਜਿਹੜਾ ਕਜ਼ਾਕਿਸਤਾਨ ਦੇ ਉੱਤੋਂ ਦੀ ਹੁੰਦਾ ਹੋਇਆ ਉਹਨੇ ਉੱਧਰ ਨੂੰ ਜਾਣਾ ਸੀਗਾ। ਅਕਟਾਊ ਕਰਕੇ ਜਿਹੜਾ ਇਲਾਕਾ ਆ ਉੱਥੇ ਇਹ ਜਹਾਜ਼ ਜਿਹੜਾ ਹਾਦਸਾਗ੍ਰਸਤ ਹੋਇਆ। ਬ੍ਰਾਜ਼ੀਲੀਅਨ ਮੈਨੂਫੈਕਚਰ ਐਮਬਰੀਅਰ ਕਰਕੇ ਆ, ਉਹਨਾਂ ਦਾ ਬਣਾਇਆ ਹੋਇਆ ਇਹ ਜਹਾਜ਼ ਸੀਗਾ। ਛੋਟਾ ਜਹਾਜ਼ ਸੀ, ਜ਼ਿਆਦਾ ਵੱਡਾ ਜਹਾਜ਼ ਨਹੀਂ ਸੀਗਾ। ਬੋਇੰਗ ਤੇ ਏਅਰਬਸ ਦਾ ਇੱਕ ਛੋਟਾ ਰਾਈਵਲ ਮੰਨਿਆ ਜਾਂਦਾ ਹੈ। ਉੱਦਾਂ ਕਹਿੰਦੇ ਵੀ ਇਸ ਦਾ ਸੇਫਟੀ ਰੈਕਡ ਕਾਫੀ ਵਧੀਆ ਹੈਗਾ ਆ। ਸੋ ਉਹ ਜਿਹੜੀਆਂ ਵੀਡੀਓ ਫੁਟੇਜ ਵੀ ਜਿਹੜੀਆਂ ਕਈ ਅਨਵੈਰੀਫਾਈਡ ਵੀਡੀਓ ਫੁਟੇਜ ਜਿਹੜੀਆਂ ਸਾਹਮਣੇ ਆਈਆਂ, ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਬਚੇ ਹੋਏ ਲੋਕ ਸੀ ਉਸ ਦੇ ਵਿੱਚੋਂ ਕਹਿ ਲਓ ਵੀ ਰਿੜਦੇ ਹੋਏ ਬਾਹਰ ਨੂੰ ਜਿਹੜੇ ਉਹ ਆ ਰਹੇ ਸੀਗੇ, ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੱਟਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ। ਦੋਨਾਂ ਹੀ ਮੁਲਕਾਂ ਨੇ ਇਸ ਟਾਈਮ ਇਨਵੈਸਟੀਗੇਸ਼ਨ ਜਿਹੜੀ ਆ ਉਹ ਚਾਲੂ ਕਰ ਦਿੱਤੀ ਆ ਇਸ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੇ ਕਾਰਨ ਜਿਹੜੇ ਉਹ ਕੀ ਹੋਏ ਆ। ਖੁੱਲੇ ਮੈਦਾਨ ਦੇ ਵਿੱਚ ਇਹ ਇੱਕ ਹਾਦਸਾਗ੍ਰਸਤ ਹੋਇਆ। ਜੇ ਕਿਤੇ ਇਹ ਵੀ ਹਰਜੋਤ ਸਿੰਘ ਜੀ ਹੁੰਦਾ ਵੀ ਕਿਸੇ ਸ਼ਹਿਰ ਦੇ ਉੱਤੇ ਜਾਂ ਕਿਸੇ ਬਿਲਡਿੰਗ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਡਿੱਗਦਾ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਜਿਹੜਾ ਉਹ ਹੋ ਸਕਦਾ ਸੀਗਾ। ਸੋ ਇਹ ਸਾਰੀਆਂ ਚੀਜ਼ਾਂ ਆਈਆਂ। ਸਿਆਲਾਂ ਦੇ ਦਿਨਾਂ ਦੇ ਵਿੱਚ ਜਿਹੜੇ ਫਲੌਕ ਆਫ ਬਰਡਸ ਆ ਇਹ ਅਕਸਰ ਜ਼ਿਆਦਾ ਦੇਖੇ ਜਾਂਦੇ ਆ, ਕਿਉਂਕਿ ਜਿਹੜੇ ਮਾਈਗ੍ਰੇਟਰੀ ਬਰਡਸ ਹੁੰਦੇ ਆ ਉਹ ਠੰਡੀਆਂ ਥਾਵਾਂ ਤੋਂ ਉਡਾਨ ਭਰ ਕੇ ਹੋਰ ਦੂਜੇ ਇਲਾਕਿਆਂ ਦੇ ਵੱਲ ਨੂੰ ਜਾਂਦੇ ਆ। ਹੁਣ ਇਹ ਨਹੀਂ ਪਤਾ ਵੀ ਇਸ ਦੇ ਪਿੱਛੇ ਵਾਕਿਆ ਹੀ ਪੰਛੀ ਦੇ ਨਾਲ ਵੱਜਣ ਕਰਕੇ ਹੋਇਆ ਜਾਂ ਕਿੱਦਾਂ, ਇਹ ਤਾਂ ਹੁਣ ਬਾਅਦ ਦੇ ਵਿੱਚ ਪਤਾ ਜਿਹੜਾ ਉਹ ਲੱਗੇਗਾ। ਸੋ ਜਿਹੜਾ ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਰਡਾਰ ਆ ਉਸਨੇ ਇਹ ਜਿਹੜਾ ਉਹ ਦੱਸਿਆ, ਜਿੱਦਾਂ ਤੁਸੀਂ ਦੱਸਿਆ ਵੀ 8:55 ਤੇ ਤੁਰਿਆ ਤੇ 6:28 ਦੇ ਉੱਤੇ ਇਹ ਹਾਦਸਾਗ੍ਰਸਤ ਹੋ ਗਿਆ ਹੈਗਾ ਆ। ਕਜ਼ਾਕ ਸਿਟੀ ਆਫ ਅਕਟਾਊ ਕਰਕੇ ਉੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਉਸੇ ਇਲਾਕਿਆਂ ਦੇ ਵਿੱਚ ਰਹਿੰਦੇ ਹੋਏ, ਪੁਤਿਨ ਨੇ ਜਿਹੜਾ ਕਹਿੰਦੇ ਵੀ ਅੱਜ ਕ੍ਰਿਸਮਸ ਵਾਲੇ ਦਿਨ ਖਾਸ ਤੌਰ ਦੇ ਉੱਤੇ ਉਸਨੇ ਦਿਨ ਚੁਣ ਕੇ ਮਿਜ਼ਾਈਲ ਅਟੈਕ ਜਿਹੜਾ ਆ ਉੱਥੇ ਯੂਕਰੇਨ ਦੇ ਉੱਤੇ ਕੀਤਾ ਹੈਗਾ ਆ। ਸੋ ਪਾਵਰ ਗ੍ਰਿਡ ਦੇ ਉੱਤੇ, ਯੂਕਰੇਨ ਦੀ ਪਾਵਰ ਗ੍ਰਿਡ ਦੇ ਉੱਤੇ ਕ੍ਰਿਸਮਸ ਵਾਲੇ ਦਿਨ ਕਹਿੰਦੇ ਆ ਵੀ ਉਸਨੇ ਜ਼ਬਰਦਸਤ ਜਿਹੜੇ ਮਿਜ਼ਾਈਲ ਹਮਲੇ ਆ ਉਹ ਕੀਤੇ ਆ। ਕਈ ਲੋਕ ਹੁਣ ਪੁਤਿਨ ਨੂੰ ਇਸ ਹਮਲੇ ਦੇ ਲਈ ਇਨਹਿਊਮੇਨ ਵੀ ਆਖ ਰਹੇ ਨੇ। ਇਨਫੈਕਟ ਜ਼ੈਲੈਂਸਕੀ ਨੇ ਜਿਹੜਾ ਇਹ ਉਸਦੇ ਲਈ ਸ਼ਬਦ ਵਰਤੇ ਹੈਗੇ ਆ। ਸੋ ਇਹ ਕਹਿੰਦੇ ਵੀ ਇਹ 13ਵੀਂ ਵਾਰ ਹੋਇਆ ਆ ਵੀ ਰਸ਼ੀਆ ਨੇ ਇੱਕ ਵੱਡਾ ਹਮਲਾ ਯੂਕਰੇਨ ਦੀ ਪਾਵਰ ਗ੍ਰਿਡ ਦੇ ਉੱਤੇ ਕੀਤਾ ਹੈਗਾ ਆ। ਉੱਥੋਂ ਦੀ ਯੂਕਰੇਨ ਦੇ ਮੁਲਕ ਦੀ ਇਹ ਸਭ ਤੋਂ ਵੱਡੀ એનર્ਜੀ ਪ੍ਰੋਵਾਈਡਰ ਹੈਗੀ ਆ ਤੇ ਇਸ ਟਾਈਮ ਕਹਿੰਦੇ ਵੀ ਉਹਨਾਂ ਦੇ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣੇ ਪਏ ਆ। ਤੀਜਾ ਸਿਆਲ ਆ ਗਿਆ ਆ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਇਹ ਲੜਾਈ ਦਾ, ਤੇ ਕਹਿੰਦੇ ਵੀ ਇਸ ਹਮਲੇ ਦੇ ਵਿੱਚ ਘੱਟੋ ਘੱਟ ਇੱਕ ਜਾਣੇ ਦੇ ਮਾਰੇ ਜਾਣ ਦੀ ਰਿਪੋਰਟ ਜਿਹੜੀ ਉਹ ਦੱਸੀ ਜਾ ਰਹੀ ਆ। ਡਨਿਪਰੋ ਪੈਤਰੋਵਸਕ ਇਲਾਕੇ ਦੇ ਵਿੱਚ ਇਹ ਹਮਲੇ ਜਿਹੜੇ ਹੋਏ ਆ। ਉਧਰ ਖਾਰਕੀਵ ਦੇ ਵਿੱਚ ਵੀ 6 ਜਾਣੇ ਜਿਹੜੇ ਜ਼ਖਮੀ ਹੋਏ ਨੇ, ਜਿਹੜਾ ਕਿ ਸਿਰਫ ਰਸ਼ੀਅਨ ਬਾਰਡਰ ਤੋਂ 20 ਮੀਲ ਦੂਰ ਹੈਗਾ ਆ। ਸੋ ਕਹਿੰਦੇ ਵੀ 500,000 5 ਲੱਖ ਲੋਕਾਂ ਦੇ ਘਰਾਂ ਦੀ ਜਿਹੜੀ ਬਿਜਲੀ ਆ, 5 ਲੱਖ ਘਰਾਂ ਦੀ ਜਿਹੜੀ ਬਿਜਲੀ ਆ ਕਹਿੰਦੇ ਆ ਵੀ ਖਾਰਕੀਵ ਇਲਾਕੇ ਦੇ ਵਿੱਚ ਇਸ ਟਾਈਮ ਬੰਦ ਹੋਈ ਪਈ ਆ, ਜਿਹਦੇ ਕਰਕੇ ਉੱਥੇ 37 ਡਿਗਰੀ ਫਾਰਨਹਾਈਟ ਜਾਂ 3 ਡਿਗਰੀ ਜਿਹੜਾ ਸੈਲਸੀਅਸ ਆ ਇੰਨੇ ਘੱਟ ਤਾਪਮਾਨ ਦੇ ਵਿੱਚ ਲੋਕਾਂ ਨੂੰ ਗੁਜ਼ਾਰਾ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਸੋ ਪਿਛਲੇ ਸਾਲ 2023 ਦੇ ਵਿੱਚ ਕਹਿੰਦੇ ਵੀ ਯੂਕਰੇਨੀਅਨਸ ਆ ਉਹਨਾਂ ਨੇ
ਕ੍ਰਿਸਮਸ 7 ਜਨਵਰੀ ਨੂੰ ਜਿਹੜੀ ਆ ਉਹ ਮਨਾਈ ਸੀ। ਉੱਥੋਂ ਦੇ ਇੱਕ ਜੂਲੀਅਨ ਚਰਚ ਕੈਲੰਡਰ ਆ ਉਸ ਦੇ ਹਿਸਾਬ ਦੇ ਨਾਲ। ਤੇ ਹੁਣ ਜ਼ੈਲੈਂਸਕੀ ਨੇ ਕਹਿੰਦੇ ਵੀ ਉੱਥੇ ਪਿਛਲੇ ਸਾਲ ਇੱਕ ਲਾਅ ਨੂੰ ਸਾਈਨ ਕੀਤਾ ਸੀ ਜਿਸ ਦੇ ਨਾਲ ਡੇਟ ਨੂੰ ਚੇਂਜ ਕਰ ਦਿੱਤਾ ਗਿਆ ਸੀਗਾ, ਤਾਂ ਜੋ ਜਿਹੜੇ ਰਸ਼ੀਅਨ ਆਰਥੋਡਾਕਸ ਚਰਚ ਦੇ ਨਾਲੋਂ ਵੱਖਰੇ ਦਿਨਾਂ ਦੇ ਉੱਤੇ ਜਿਹੜੀ ਧਾਰਮਿਕ ਤੌਰ ਦੇ ਉੱਤੇ ਵੀ ਕਹਿੰਦੇ ਆ ਵੀ ਇਹ ਦਿਨ ਜਿਹੜੇ ਉਹ ਮਨਾਏ ਜਾਣ। ਸੋ ਇਹ ਇਸ ਟਾਈਮ ਉੱਥੇ ਹਾਲਾਤ ਬਣੇ ਪਏ ਆ। ਤੇ ਅੱਜ ਜਿਹੜਾ ਜ਼ੈਲੈਂਸਕੀ ਕਹਿ ਰਿਹਾ ਸੀਗਾ ਕਿ ਵੀ ਪੁਤਿਨ ਨੇ ਜਾਣਬੁੱਝ ਕੇ ਕ੍ਰਿਸਮਸ ਵਾਲੇ ਦਿਨ ਹਮਲਾ ਜਿਹੜਾ ਉਹ ਕੀਤਾ ਹੈ। ਕਹਿੰਦਾ ਵੀ ਇਸ ਤੋਂ ਜ਼ਿਆਦਾ ਮਾੜੀ ਚੀਜ਼ ਹੋਰ ਕੀ ਹੋ ਸਕਦੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਜਿਹੜੇ ਆਪਣੇ ਐਡਵਾਈਜ਼ਰ ਚੁਣੇ ਹੈਗੇ, ਖਾਸ ਕਰਕੇ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਲਈ, ਉਹਨਾਂ ਨੇ ਵੀ ਇਹਦਾ ਜਿਹੜਾ ਵਿਰੋਧ ਕੀਤਾ ਹੈ ਵੀ ਬਹੁਤ ਮਾੜੀ ਗੱਲ ਆ ਕ੍ਰਿਸਮਸ ਵਾਲੇ ਦਿਨ ਇਹ ਅਟੈਕ ਕੀਤਾ ਗਿਆ ਹੈ। ਪੋਪ ਜੋ ਆ ਉਸਨੇ ਵੀ ਇਸ ਦੀ ਜਿਹੜੀ ਆ ਕਾਫੀ ਨਿੰਦਾ ਕੀਤੀ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੂਕਰੇਨੀਅਨ ਬੰਬਾਰਡਮੈਂਟ ਵਿੱਚ ਮਾਰੇ ਜਾ ਚੁੱਕੇ ਆ ਜਦ ਤੋਂ ਲੜਾਈ ਸ਼ੁਰੂ ਹੋਈ ਆ। ਕਹਿੰਦੇ ਟੈਨਸ ਆਫ ਥਾਊਜ਼ੈਂਡਸ ਆਫ ਲੋਕ ਮਾਰੇ ਜਾ ਚੁੱਕੇ ਆ। ਇੱਦਾਂ ਹੀ ਬਹੁਤ ਸਾਰੇ ਜਿਹੜੇ ਫੌਜੀ ਆ ਉਹ ਰਸ਼ੀਆ ਦੇ ਵੀ ਤੇ ਯੂਕਰੇਨ ਦੇ ਮਾਰੇ ਜਾ ਚੁੱਕੇ ਹੈਗੇ ਆ। ਬੰਬਾਰਡਮੈਂਟ ਜਨਵਰੀ ਤੋਂ ਲੈ ਕੇ ਨਵੰਬਰ 2024 ਤੱਕ ਇਹ ਕਹਿੰਦੇ ਸਭ ਤੋਂ ਵੱਡੀ ਬੰਬਾਰਡਮੈਂਟ ਸੀਗੀ। ਹਿਊਮਨ ਰਾਈਟਸ ਮੋਨੀਟਰਿੰਗ ਮਿਸ਼ਨ ਜੋ ਯੂਕਰੇਨ ਦੇ ਵਿੱਚ ਆ ਉਹਨਾਂ ਨੇ ਇਹ ਦੱਸਿਆ ਹੈਗਾ। ਸਿਵਲੀਅਨ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਤੇ ਇਸ ਵੇਲੇ ਲੋਕਾਂ ਦੇ ਕੋਲ ਬਿਜਲੀ ਨਹੀਂ ਹੈ ਤੇ ਠੰਡ ਬਹੁਤ ਜ਼ਿਆਦਾ ਆ ਤੇ ਲੋਕਾਂ ਨੂੰ ਜਿਹੜਾ ਸਰਵਾਈਵ ਕਰਨਾ ਇਸ ਟਾਈਮ ਬਹੁਤ ਔਖਾ ਹੋਇਆ ਹੈਗਾ ਆ। ਸੋ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਬੈਡ ਹੈਗੀ ਆ। ਦੂਸਰੇ ਪਾਸੇ ਜੇ ਕ੍ਰਿਸਮਸ ਦੀ ਗੱਲ ਕਰਦੇ ਜਾਈਏ, ਸੀਰੀਆ ਦੇ ਜਿਹੜੇ ਕ੍ਰਿਸਚੀਅਨਸ ਆ ਉਹਨਾਂ ਨੇ ਪਹਿਲੀ ਵਾਰੀ ਜਦੋਂ ਤੋਂ ਹੀ ਉੱਥੇ ਦਾ ਜਿਹੜਾ ਅਸਾਦ ਆ ਭੱਜ ਗਿਆ ਰਸ਼ੀਆ ਨੂੰ, ਉਹਨਾਂ ਨੇ ਕ੍ਰਿਸਮਸ ਮਨਾਈ ਹੈਗੀ ਆ। ਪ੍ਰੈਜ਼ੀਡੈਂਟ ਬਸ਼ਾਰ ਅਲ ਅਸਾਦ ਦਸੰਬਰ ਦੇ ਸ਼ੁਰੂਆਤ ਦੇ ਵਿੱਚ ਭੱਜ ਗਿਆ ਸੀ ਤੇ ਹੁਣ ਜਿਹੜੇ ਈਵਨ ਦੋ ਜਿਹੜੇ ਰੂਲ ਕਰ ਰਹੇ ਆ ਉਹ ਇਸਲਾਮਿਸਟ ਹੈਗੇ ਆ, ਪਰ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਕੰਟਰੀ ਦੇ ਰਿਲੀਜੀਅਸ ਮਿਨੋਰਟੀਜ਼ ਹੈਗੇ ਆ ਉਹਨਾਂ ਦੇ ਨਾਲ ਉਹਨਾਂ ਦਾ ਆਪਾਂ ਪੂਰਾ ਸਾਥ ਦੇਵਾਂਗੇ, ਔਰ ਉਹ ਉਹਨਾਂ ਨੇ ਦਿੱਤਾ ਵੀ ਹੈਗਾ ਆ। ਇਸੇ ਤਰ੍ਹਾਂ ਜਿਹੜਾ ਉੱਥੇ ਦਾ ਲੀਡਰ ਸੀ ਜੋ ਹੁਣ ਪਾਵਰ 'ਚ ਆਇਆ, ਜਿਹਦੇ ਉੱਤੇ $10 ਮਿਲੀਅਨ ਦਾ USA ਨੇ ਨਾਮ ਰੱਖਿਆ ਸੀ, ਉਹ ਜਿਹੜਾ ਨਾਮ ਆ ਉਹ ਵੀ ਜਿਹੜਾ ਉਹਨਾਂ ਨੇ ਰਿਮੂਵ ਕਰ ਦਿੱਤਾ ਹੈਗਾ। ਸੋ ਇਹਦਾ ਮਤਲਬ ਇਹ ਆ ਵੀ ਉਹਨਾਂ ਨੇ ਆਲਰੇਡੀ ਜੋ ਆ ਉਹ ਗੱਲਬਾਤ ਅਮਰੀਕਾ ਵਾਲਿਆਂ ਨਾਲ ਕਰ ਲਈ ਆ ਤੇ ਜਿਸ ਹਿਸਾਬ ਦੇ ਨਾਲ ਉਹ ਕਰ ਰਹੇ ਆ, ਅੱਜ ਉਹਨਾਂ ਨੇ ਕ੍ਰਿਸਚੀਅਨਸ ਨੂੰ ਆਪਣਾ ਦਿਨ ਮਨਾਉਣ ਦਿੱਤਾ ਹੈਗਾ ਤੇ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਅਮਰੀਕਾ ਦੇ ਨਾਲ ਉਹਨਾਂ ਦੇ ਜਿਹੜੇ ਰਿਲੇਸ਼ਨ ਆ ਕਾਫੀ ਗੁੱਡ ਹੋਣਗੇ। ਅਗਲੀ ਖਬਰ ਵੱਲ ਚੱਲੀਏ। ਪਾਕਿਸਤਾਨ ਨੇ 에ਅਰ ਸਟ੍ਰਾਈਕ ਕਰਕੇ ਈਸਟਰਨ ਅਫਗਾਨਿਸਤਾਨ ਦੇ ਵਿੱਚ 46 ਲੋਕਾਂ ਨੂੰ ਮਾਰ ਦਿੱਤਾ ਹੈਗਾ, ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੱਚੇ ਸੀ ਤੇ ਬੀਬੀਆਂ ਸੀਗੀਆਂ। ਇਹ ਤਾਲਿਬਾਨ ਦੀ ਗਵਰਨਮੈਂਟ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ। ਹਮਦੁੱਲਾ ਫਿਤਰਤ ਜੋ ਡਿਪਟੀ ਸਪੋਕਸਮੈਨ ਹੈਗੇ ਤਾਲਿਬਾਨ ਦੇ, ਉਹਨਾਂ ਨੇ ਕਿਹਾ ਵੀ 6 ਲੋਕ ਫੱਟੜ ਵੀ ਹੋਏ ਹੈਗੇ ਆ। ਪਕਤੀਕਾ ਪ੍ਰੋਵਿੰਸ ਜੋ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦੀ ਆ, ਉੱਥੇ ਅਟੈਕ ਕੀਤਾ ਗਿਆ ਸੀਗਾ। ਤਾਲਿਬਾਨ ਦੀ ਗਵਰਨਮੈਂਟ ਨੇ ਇਸ ਅਟੈਕ ਨੂੰ ਡਿਨਾਊਂਸ ਵੀ ਕੀਤਾ ਹੈ, ਕਿਹਾ ਵੀ ਬਹੁਤ ਮਾੜੀ ਗੱਲ ਆ ਤੇ ਕਹਿੰਦੇ ਵੀ ਮੋਸਟਲੀ ਜਿਹੜੇ ਲੋਕ ਮਾਰੇ ਗਏ ਆ ਉਹ ਰਿਫਿਊਜੀ ਸੀਗੇ ਵਜ਼ੀਰਿਸਤਾਨ ਰੀਜਨ ਤੋਂ, ਤੇ ਉਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਇਸ ਦਾ ਬਦਲਾ ਵੀ ਲਵਾਂਗੇ। ਪਾਕਿਸਤਾਨ ਸਿਕਿਉਰਿਟੀ ਆਫੀਸ਼ੀਅਲਸ ਨੇ ਇਹ ਕਿਹਾ ਵੀ ਜੋ ਆਪਰੇਸ਼ਨ ਹੋਇਆ ਹੈਗਾ ਇਹ ਇੱਕ ਤਰ੍ਹਾਂ ਨਾਲ ਉੱਥੇ ਟ੍ਰੇਨਿੰਗ ਫੈਸਿਲਿਟੀ ਚੱਲਦੀ ਸੀ ਤਾਲਿਬਾਨ ਵੱਲੋਂ, ਤੇ ਇਨਸਰਜੈਂਸੀ ਨੂੰ ਰੋਕਣ ਦੇ ਲਈ ਜਿਹੜਾ ਆ ਅਸੀਂ ਅਟੈਕ ਕੀਤਾ ਹੈਗਾ। ਮੁਹੰਮਦ ਖੁਰਾਸਾਨੀ ਸਪੋਕਸਪਰਸਨ ਹੈਗੇ ਪਾਕਿਸਤਾਨੀ ਤਾਲਿਬਾਨ ਜਾਂ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ, ਉਹਨਾਂ ਨੇ ਕਿਹਾ 50 ਲੋਕ ਮਾਰੇ ਗਏ, ਜਿਨ੍ਹਾਂ ਦੇ ਵਿੱਚ 27 ਲੇਡੀਜ਼ ਤੇ ਬਾਕੀ ਦੇ ਬੱਚੇ ਸੀਗੇ। TTP ਇੱਕ ਸੈਪਰੇਟ ਗਰੁੱਪ ਹੈਗਾ, ਉਹ ਜੋ ਕਲੋਜ਼ ਅਲਾਈ ਆ ਅਫਗਾਨ ਤਾਲਿਬਾਨ ਦਾ, ਜਿਨ੍ਹਾਂ ਨੇ ਪਾਵਰ ਸੀਜ਼ ਕੀਤੀ ਸੀਗੀ 2021 ਦੇ ਵਿੱਚ। ਇਹ ਜਿਹੜਾ ਤਹਿਰੀਕੇ ਤਾਲਿਬਾਨ ਪਾਕਿਸਤਾਨ ਜੋ ਹੈ, ਜਿਸ ਗਰੁੱਪ ਦੀ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹੈਗਾ। ਪਾਕਿਸਤਾਨੀ ਮਿਲਟਰੀ ਨੇ ਕਿਹਾ ਵੀ ਸਿਕਿਉਰਿਟੀ ਫੋਰਸਿਸ ਨੇ 13 ਦੇ ਕਰੀਬ ਇਨਸਰਜੈਂਟ ਮਾਰੇ ਹੈਗੇ ਆ। ਉਹਨਾਂ ਨੂੰ ਇੰਟੈਲੀਜੈਂਸ ਮਿਲੀ ਸੀ ਤੇ ਸਾਊਥ ਵਜ਼ੀਰਿਸਤਾਨ ਜੋ ਪਾਕਿਸਤਾਨ ਦੇ ਵਿੱਚ ਹੈਗਾ ਆ, ਉੱਥੇ ਟ੍ਰੇਨਿੰਗ ਚੱਲ ਰਹੀ ਹੈਗੀ ਆ ਤਾਂ ਕਿ ਪਾਕਿਸਤਾਨ ਦੇ ਵਿੱਚ ਗੜਬੜੀ
ਕੀਤੀ ਜਾ ਸਕੇ। ਸੋ ਇਸ ਸਟ੍ਰਾਈਕ ਦੇ ਨਾਲ ਦੋਨਾਂ ਮੁਲਕਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਟੈਨਸ਼ਨ ਵਧੂਗੀ। ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਆ ਉਹ ਉਸਨੇ ਮਾਰਚ ਮਹੀਨੇ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਅਫਗਾਨਿਸਤਾਨ ਦੇ ਏਰੀਏ ਦੇ ਵਿੱਚ ਅਟੈਕ ਕੀਤਾ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਨੇ 50 ਜਿਹੜੇ ਬਿੱਲ ਆ ਉਹਨਾਂ ਨੂੰ ਸਾਈਨ ਕਰਕੇ ਕਾਨੂੰਨ ਬਣਾਇਆ ਆ। ਅਮਰੀਕਾ ਦੇ ਵਿੱਚ ਰਹਿੰਦੇ ਲੋਕਾਂ ਨੂੰ ਲੱਗਦਾ ਸੀਗਾ ਵੀ ਜਿਹੜੀ ਬਾਲਡ ਈਗਲ ਆ, ਜਿਹੜੀ ਉਹ ਬਾਜ ਆ ਕਹਿ ਲਓ, ਵੀ ਉਹ ਅਮਰੀਕਾ ਦਾ ਅਫੀਸ਼ੀਅਲ ਵਰਡ ਆ। ਪਰ ਅਧਿਕਾਰਤ ਤੌਰ ਦੇ ਉੱਤੇ ਜਿਹੜੇ ਕੱਲ ਬਾਈਡਨ ਹੁਣਾਂ ਨੇ ਸਾਈਨ ਕਰਕੇ ਬਾਲਡ ਈਗਲ ਨੂੰ ਕੰਟਰੀ ਦਾ ਜਿਹੜਾ ਅਫੀਸ਼ੀਅਲ ਵਰਡ ਜਿਹੜਾ ਆ ਉਹ ਘੋਸ਼ਿਤ ਕੀਤਾ ਹੈਗਾ ਆ। ਸੋ ਇਹਦੇ ਵਿੱਚ ਕਹਿੰਦੇ ਵੀ ਆਜ਼ਾਦੀ ਦੇ ਨਾਲ ਤੇ ਉਡਾਨ ਦੇ ਨਾਲ, ਫਰੀਡਮ ਦੇ ਨਾਲ ਹਮੇਸ਼ਾ ਹੀ ਜੋੜ ਕੇ ਈਗਲ ਨੂੰ, ਬਾਲਡ ਈਗਲ ਨੂੰ ਜਿਹੜਾ ਉਹ ਦੇਖਿਆ ਜਾਂਦਾ ਆ। ਜਦੋਂ ਵੀ ਅਮਰੀਕਾ ਦੀ ਗੱਲ ਆਉਂਦੀ ਆ ਤੇ ਇਸ ਦੀ ਆਵਾਜ਼ ਤੇ ਇਸ ਦੇ ਜਿਹੜੇ ਪਰਾਂ ਦੇ ਨਾਲ ਉੱਡਦਾ ਹੋਇਆ ਉੱਚੀ ਉਡਾਨ ਅਮਰੀਕਾ ਦੀ ਇੱਕ ਕਿਤੇ ਨਾ ਕਿਤੇ ਸੰਕੇਤ ਦਿੰਦਾ ਆ। ਸੋ ਇਹ ਪਹਿਲੀ ਵਾਰ ਹੋਇਆ ਆ ਵੀ ਕਿਸੇ ਪ੍ਰੈਜ਼ੀਡੈਂਟ ਨੇ ਇਸ ਨੂੰ ਸਾਈਨ ਕਰਕੇ ਕਾਨੂੰਨ ਬਣਾ ਕੇ ਅਫੀਸ਼ੀਅਲ ਵਰਡ ਦਾ ਜਿਹੜਾ ਖਿਤਾਬ ਆ ਉਹ ਦਿੱਤਾ ਹੈਗਾ ਆ। ਉਧਰ ਨਾਲ ਹੀ ਉਹਨਾਂ ਨੇ ਵੱਖਰੇ ਹੋਰ ਜਿਹੜੇ ਸਾਈਨਸ ਦੇ ਵਿੱਚ ਕਹਿੰਦੇ ਵੀ ਇੱਕ ਇਹ ਵੀ ਬਿੱਲ ਸਾਈਨ ਕੀਤਾ ਆ ਵੀ ਮੈਂਬਰਸ ਆਫ ਕਾਂਗਰਸ ਜਿਹੜੀਆਂ ਪੈਨਸ਼ਨਸ ਆ ਉਹ ਉਹਨਾਂ ਨੂੰ ਨਹੀਂ ਮਿਲਣਗੀਆਂ ਜੇ ਉਹਨਾਂ ਦੇ ਉੱਤੇ ਕ੍ਰਾਈਮ ਦੇ ਵਿੱਚ ਉਹ ਕਨਵਿਕਟ ਹੋ ਜਾਂਦੇ। ਮੈਂ ਨਾ ਵੀ ਇਹ ਚੰਗੀ ਗੱਲ ਆ ਵੀ ਇਹ ਨਾ ਹੋਵੇ ਜਿੱਦਾਂ ਆਪਾਂ ਜਿਸ ਥਾਂ ਤੋਂ ਆਪਾਂ ਆਏ ਆ ਉੱਥੇ ਜਿੰਨੀ ਦੀ ਬਣਦਾ ਉਨੀ ਦੀ ਜਿਹੜੀ ਪੈਨਸ਼ਨ ਆ ਚਾਹੇ ਬਾਅਦ ਚ ਜੋ ਮਰਜ਼ੀ ਜਿਹੜਾ ਉਹ ਹੋਈ ਜਾਵੇ। ਸੋ ਇਹ ਇੱਕ ਨਵਾਂ ਕਾਨੂੰਨ ਜਿਹੜਾ ਬਣਾਇਆ ਗਿਆ ਆ ਵੀ ਕਾਂਗਰਸ ਦੇ ਜਿਹੜਾ ਕੋਈ ਵੀ ਬੰਦਾ ਆ ਜਾਂ ਬੁੜੀ ਆ, ਜੇ ਉਹ ਬਾਅਦ ਦੇ ਵਿੱਚ ਕ੍ਰਾਈਮਸ ਦੇ ਵਿੱਚ ਕਨਵਿਕਟ ਹੁੰਦੇ ਆ ਤੇ ਉਹਨਾਂ ਦੀਆਂ ਪੈਨਸ਼ਨਸ ਰੋਕ ਦਿੱਤੀਆਂ ਜਿਹੜੀਆਂ ਉਹ ਜਾਣਗੀਆਂ। ਜੀ ਹਰਜੋਤ ਸਿੰਘ ਜੀ, ਹੋਰ ਵੀ ਬਿੱਲਸ ਦੇ ਬਾਰੇ ਜ਼ਰੂਰ ਦੱਸਿਓ ਜੀ। ਜੀ ਕਾਫੀ ਸਾਰੇ ਜਿਹੜੇ ਬਿੱਲ ਆ ਉਹ ਡਿਟੇਲ ਹਜੇ ਆ ਰਹੀ ਆ ਕਿਉਂਕਿ ਕੱਲ ਹੀ ਸਾਈਨ ਕੀਤੇ ਹੈਗੇ ਆ। ਪਰ ਇਹ ਗੱਲ ਵਧੀਆ ਆ ਵੀ ਬਾਜ ਜਿਹੜਾ ਹੁਣ ਆਪਾਂ ਸਿੱਖ ਤਾਂ ਕਹਿੰਦੇ ਵੀ 10ਵੇਂ ਪਾਤਸ਼ਾਹ ਦਾ ਬਾਜ ਆ। ਸੋ ਹੁਣ ਅਮਰੀਕਾ ਦੇ ਵਿੱਚ ਜਿਹੜਾ ਬਾਜ ਆ, ਬਾਲਡ ਈਗਲ ਆ, ਉਹ ਇੱਕ ਰਾਸ਼ਟਰੀ ਪੰਛੀ ਜਿਹੜਾ ਆ ਆਫੀਸ਼ੀਅਲੀ ਬਾਈਡਨ ਉਹਨਾਂ ਨੇ ਸਾਈਨ ਕਰਕੇ ਡਿਕਲੇਅਰ ਕੀਤਾ ਹੈ। ਕਾਂਗਰਸ ਨੇ ਪਿਛਲੇ ਦਿਨਾਂ ਦੇ ਵਿੱਚ ਇਹ ਜਿਹੜਾ ਬਿੱਲ ਆ ਉਹ ਪਾਸ ਕੀਤਾ ਸੀ। ਹਾਲਾਂਕਿ ਜੋ ਬਾਜ ਆ ਉਹ ਆਪਾਂ ਦੇਖਦੇ ਆ ਇਹਨਾਂ ਦੇ ਕਈ ਜਿਹੜੇ ਐਂਬਲਮ ਹੈਗੇ ਆ ਉਹਨਾਂ ਦੇ ਉੱਤੇ ਆਲਰੇਡੀ ਹੁੰਦਾ ਹੈਗਾ। ਜਿਹੜੀ ਗ੍ਰੇਟ ਸੀਲ ਆ ਯੂਨਾਈਟਿਡ ਸਟੇਟਸ ਦੀ, ਉਹਦੇ ਉੱਤੇ ਬਾਲਡ ਈਗਲ ਜੋ ਆ 1782 ਤੋਂ ਲੈ ਕੇ ਹੁਣ ਤੱਕ ਉਹ ਚੱਲ ਰਿਹਾ ਹੈਗਾ ਤੇ ਇਹਨੂੰ ਜਿਹੜਾ ਪ੍ਰੋਟੈਕਸ਼ਨ ਐਕਟ ਦੇ ਅੰਡਰ ਵੀ ਰੱਖਿਆ ਗਿਆ ਹੈ ਵੀ ਜਿਹੜਾ ਉਸਨੂੰ ਮਾਰਨਾ ਵੀ ਜਿਹੜਾ ਉਹ ਕ੍ਰਾਈਮ ਹੈਗਾ ਆ। ਸੋ ਬਾਜ ਹੁਣ ਆਫੀਸ਼ੀਅਲ ਲੈਂਗੁਏਜ, ਆਫੀਸ਼ੀਅਲ ਜੋ ਪੰਛੀ ਆ ਅਮਰੀਕਾ ਦਾ। ਜੀ ਬਿਲਕੁਲ। ਕ੍ਰਿਸਮਸ ਈਵ ਦੇ ਉੱਤੇ ਇਹਨਾਂ ਨੇ ਜਿਹੜੇ 50 ਬਿੱਲ ਆ ਉਹਨਾਂ ਨੂੰ ਇਸ ਦੇ ਵਿੱਚ ਸਾਈਨ ਕੀਤਾ ਹੈਗਾ ਆ। ਇੱਕ ਜਿਹੜੇ ਕੁਝ ਹੋਰ ਬਿੱਲ ਦੇ ਵਿੱਚ ਦੱਸਦੇ ਜਾਈਏ, ਇੱਕ ਨੂੰ ਇਹਨਾਂ ਨੇ ਵੀਟੋ ਵੀ ਕੀਤਾ, ਜਿਹੜਾ ਇੱਕ ਲੈਜਿਸਲੇਸ਼ਨ ਸੀ ਜਿਸ ਦੇ ਨਾਲ ਫੈਡਰਲ ਕੋਰਟਸ ਦੇ ਵਿੱਚ 66 ਨਵੇਂ ਜੱਜਾਂ ਨੂੰ ਭਰਤੀ ਕਰਨ ਦੀ ਉਹ ਲੈਜਿਸਲੇਸ਼ਨ ਆਇਆ ਸੀ, ਪਰ ਉਹਨਾਂ ਨੇ ਉਸ ਦੇ ਉਲਟ ਵੀਟੋ ਜਿਹੜਾ ਉਹ ਕਰ ਦਿੱਤਾ ਸੀਗਾ। ਹੋਰ ਜਿਹੜੀਆਂ ਆ ਰਹੀਆਂ ਰਿਪੋਰਟਸ ਦੇ ਵਿੱਚ ਇੱਕ ਕੈਂਪਸ ਹੇਜ਼ਿੰਗ ਐਕਟ ਆ, ਉਸ ਨੂੰ ਸਟਾਪ ਕੈਂਪਸ ਹੇਜ਼ਿੰਗ ਐਕਟ ਆ, ਉਸ ਨੂੰ ਵੀ ਇਹਨਾਂ ਨੇ ਸਾਈਨ ਕੀਤਾ ਆ। ਇਸ ਦੇ ਨਾਲ ਕਹਿੰਦੇ ਵੀ ਜਿਹੜੀਆਂ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਆ ਉਹਨਾਂ ਨੂੰ ਇਹ ਦੱਸਣਾ ਪਊਗਾ ਹੇਜ਼ਿੰਗ ਦੇ ਜਿਹੜੇ ਇਨਸੀਡੈਂਟਸ ਜੋ ਵੀ ਉਹਨਾਂ ਦੇ ਵਾਪਰੇ ਹੈਗੇ ਆ ਕੈਂਪਸ ਦੇ ਉੱਤੇ, ਲੋਕਲ ਪੁਲਿਸ ਅਥਾਰਟੀਜ਼ ਨੂੰ ਜਿਹੜਾ ਉਹ ਦੱਸਣਾ ਪਊਗਾ ਤੇ ਜਿਹੜੀਆਂ ਆਪਣੀਆਂ ਐਨੂਅਲ ਸਿਕਿਉਰਿਟੀ ਰਿਪੋਰਟਸ ਆ ਉਹਨਾਂ ਵਿੱਚ ਵੀ ਇਹਨਾਂ ਨੂੰ ਐਡ ਕਰਨਾ ਪਊਗਾ। ਬਿਲਕੁਲ। ਇਹਦੇ ਚ ਦੱਸਦੇ ਜਾਈਏ ਜਿਹੜੇ ਸਰੋਤਿਆਂ ਨੂੰ, ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਿੱਚ ਛੁੱਟੀਆਂ ਚ ਕਈ ਵਾਰੀ ਜਿਹੜੇ ਸਟੂਡੈਂਟਸ ਹੁੰਦੇ ਆ ਉਹ ਸ਼ਰਾਬ ਪੀਂਦੇ ਆ, ਬਹੁਤ ਜ਼ਿਆਦਾ ਸ਼ਰਾਬ, ਤੇ ਕਈ ਉਹਨਾਂ ਚੋਂ ਮਰ ਵੀ ਜਾਂਦੇ ਆ। ਸੋ ਹੇਜ਼ਿੰਗ ਉਹਦੇ ਅੰਡਰ ਆਉਂਦੀ ਆ। ਇੱਕ ਜਿਹੜੀ ਐਕਟਰੈਸ ਹੈਗੀ ਆ ਪੈਰਿਸ ਹਿਲਟਨ, ਉਹਨੇ ਜਿਹੜਾ ਇੱਕ ਬਿੱਲ ਜਿਹੜਾ ਉਸ ਨੂੰ ਪੁਸ਼ ਕੀਤਾ ਸੀ ਜੋ ਕਾਂਗਰਸ ਦੇ ਵਿੱਚ ਵੀ ਪਾਸ ਹੋ ਗਿਆ ਆ ਤੇ ਉਸ ਨੂੰ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਸਾਈਨ ਕੀਤਾ ਹੈਗਾ ਆ ਬੱਚਿਆਂ ਦੀ ਸੇਫਟੀ ਦੇ ਲਈ। ਸਟਾਪ ਇੰਸਟੀਟਿਊਸ਼ਨਲ ਚਾਈਲਡ ਅਬਿਊਜ਼ ਐਕਟ, ਇਹ ਹਾਊਸ 'ਚ ਵੀ ਪਾਸ ਹੋ ਗਿਆ ਸੀ, ਸੈਨੇਟ 'ਚ ਵੀ ਪਿਛਲੇ ਵੀਕ ਪਾਸ ਹੋਇਆ ਸੀ ਤੇ ਹੁਣ ਉਹ ਜੋ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਸ ਨੂੰ ਸਾਈਨ ਕਰਕੇ ਜਿਹੜਾ ਲਾਅ ਆ ਉਹ ਬਣਾ ਦਿੱਤਾ ਹੈਗਾ। ਜੀ ਬਿਲਕੁਲ।
ਜਿਹੜਾ ਆਪਾਂ ਕਾਂਗਰਸ ਦੇ ਕ੍ਰਾਈਮਸ ਵਾਲਾ ਆ ਉਹ ਦੱਸਦੇ ਜਾਈਏ ਵੀ ਇਹ ਜਿਹੜੇ ਬੌਬ ਮੈਨੇਂਡਜ਼ ਰੀਸੈਂਟਲੀ ਜਿਹੜੇ ਸੈਨੇਟਰ ਨਿਊ ਜਰਸੀ ਦੇ ਸੀ, ਜਿਹੜੇ ਕਿ ਫੋਰਨ ਇੱਕ ਏਜੰਟ ਦੇ ਤੌਰ ਦੇ ਉੱਤੇ ਕੰਮ ਕਰ ਰਹੇ ਸੀ ਤੇ ਮਿਸਰ ਵਰਗੀ ਤੇ ਪਤਾ ਨਹੀਂ ਹੋਰ ਮੁਲਕਾਂ ਦੇ ਕੋਲੋਂ ਉਹਨਾਂ ਨੇ ਜਿਹੜੇ ਡਾਲਰ ਲੈ ਕੇ ਸੋਨਾ ਲੈ ਕੇ ਜਿਹੜੇ ਕੁਛ ਬਿੱਲ ਆ ਜਾਂ ਕੁਛ ਆਪਣੀਆਂ ਜਿਹੜੀਆਂ ਵੋਟਾਂ ਆ ਖੱਬੇ ਸੱਜੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਸਰਕਾਰਾਂ ਨੂੰ ਦੂਜੀਆਂ ਨੂੰ ਬਾਹਰਲੀਆਂ ਨੂੰ ਮਦਦ ਕਰਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਬਿੱਲ ਲਿਆਂਦਾ ਗਿਆ ਆ ਵੀ ਭਾਈ ਜੇ ਬਾਅਦ ਦੇ ਵਿੱਚ ਕੋਈ ਬੰਦਾ ਇਦਾਂ ਦੇ ਕ੍ਰਾਈਮਸ ਦੇ ਵਿੱਚ ਫੜਿਆ ਜਾਂਦਾ ਆ ਤਾਂ ਉਹ ਫਿਰ ਉਸ ਨੂੰ ਜਿਹੜੀ ਪੈਨਸ਼ਨ ਆ ਉਹ ਨਹੀਂ ਮਿਲ ਸਕਦੀ ਹੈਗੀ। ਸੋ ਇਹ ਜਿਹੜੇ ਕੁਝ ਬਿੱਲ ਆ ਇਹਨਾਂ ਦੇ ਬਾਰੇ ਇਹ ਜਾਣਕਾਰੀ ਆਈ ਹੈ, ਪਰ ਕੁੱਲ ਮਿਲਾ ਕੇ 50 ਬਿੱਲ ਜਿਹੜੇ ਆ ਨਵੇਂ ਉਹਨਾਂ ਨੇ ਸਾਈਨ ਕੀਤੇ ਹੈਗੇ ਨੇ। ਜੀ, ਉਹਦੇ ਚ ਕੁਝ ਜਿਹੜੇ ਬਿੱਲ ਹੈਗੇ ਆ ਨੇਟਿਵ ਅਮਰੀਕਨ ਦੇ ਹੱਕ ਦੇ ਵਿੱਚ ਵੀ ਆ। ਨੇਟਿਵ ਅਮਰੀਕਨ ਚਾਈਲਡ ਪ੍ਰੋਟੈਕਸ਼ਨ ਐਕਟ ਜਿਹੜਾ ਆ HR 663, ਇੱਕ ਹੈਗਾ ਕਾਂਗਰੈਸ਼ਨਲ 골ਡ ਮੈਡਲ HR 1097। ਇਹ ਕਮਾਂਡਰ ਐਬਰੇਟ ਐਲਵਰੇਜ਼ ਜੂਨੀਅਰ ਜੋ ਵੈਟਰਨ ਸੀ ਵੀਤਨਾਮ ਵਾਰ ਦਾ, ਉਹਨਾਂ ਨੂੰ ਇਹ ਦਿੱਤਾ ਗਿਆ ਹੈਗਾ। ਇੱਕ ਸਾਲਟ ਰਿਵਰ ਪ੍ਰੋਜੈਕਟ ਦਾ HR 1067, ਜੋ ਟਰਾਂਸਫਰ ਕਰੂਗਾ ਨੈਸ਼ਨਲ ਫੋਰੈਸਟ ਸਿਸਟਮ ਲੈਂਡ ਜੋ ਐਰੀਜ਼ੋਨਾ ਦਾ ਸਾਲਟ ਰਿਵਰ ਆ ਉਹਦੇ ਲਾਗੇ ਟੂ ਬਿਊਰੋ ਆਫ ਰੈਕਲਾਮੇਸ਼ਨ ਦੇ ਵਿੱਚ। ਜੀ, ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜੀ ਵਾਪਸ, ਖਬਰਾਂ ਦਾ ਸਿਲਸਿਲਾ ਜਾਰੀ ਰਹੇਗਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਦੇ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਾਪਾਨ ਤੋਂ ਆ ਰਹੀ ਹੈ। ਜਾਪਾਨ ਕਹਿੰਦੇ ਵੀ 60% ਐਮਿਸ਼ਨ ਕੱਟ ਕਰਨ ਜਾ ਰਿਹਾ 2035 ਤਾਈਂ। ਇਹ ਇੱਕ ਬਹੁਤ ਵੱਡਾ ਨੰਬਰ ਆ। ਜੇ ਪੂਰੇ ਦੁਨੀਆ ਦੇ ਮੁਲਕ ਦੇਖੇ ਜਾਣ ਜਿਹੜੇ ਕਾਰਬਨ ਪੋਲੂਟਰਸ ਹੈਗੇ ਆ, ਕਾਰਬਨ ਛੱਡਦੇ ਹੈਗੇ ਆ, ਉਹਨਾਂ ਚੋਂ USA ਪਹਿਲੇ ਨੰਬਰ ਤੇ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਖਤਮ ਕਰਨ ਦੇ ਲਈ 36.5% ਕੱਟ 2035 ਤੱਕ ਕਰ ਦਾਂਗੇ। US ਜਿਹੜਾ ਆਪਣਾ ਮੁਲਕ ਆ ਉਹ ਕਹਿੰਦੇ ਵੀ 12.9%, ਇੰਡੀਆ ਵਾਲੇ 8.1% ਤੇ ਰਸ਼ੀਆ ਵਾਲੇ 5.7% ਤੇ ਜਾਪਾਨ 2.6, ਇੰਡੋਨੇਸ਼ੀਆ 1.9, ਸਾਊਦੀ ਅਰੇਬੀਆ 1.7 ਤੇ ਜਰਮਨੀ 1.6। ਸੋ ਇਹਦੇ ਵਿੱਚ ਜੋ ਗ੍ਰੀਨ ਹਾਊਸ ਗੈਸ ਐਮਿਸ਼ਨਸ ਆ ਉਹ ਘੱਟ ਕੀਤੇ ਜਾਣਗੇ ਇੰਨੀ ਵੱਡੀ ਅਮਾਉਂਟ ਦੇ ਵਿੱਚ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਸ ਹਿਸਾਬ ਦੇ ਨਾਲ ਕਲਾਈਮੇਟ ਚੇਂਜ ਹੋ ਰਿਹਾ ਹੈਗਾ, ਤੇ ਜਾਪਾਨ ਵਾਲੇ ਕਹਿੰਦੇ ਵੀ ਜੇ ਇਹ ਸਿਚੁਏਸ਼ਨ ਚੱਲਦੀ ਰਹੀ ਤੇ 2050 ਤੱਕ ਜੋ ਜ਼ੀਰੋ ਐਮਿਸ਼ਨ ਪਾਲਿਸੀ ਉਹਨਾਂ ਦੀ ਹੋ ਜਾਊਗੀ। ਤੇ ਪ੍ਰਾਈਮ ਮਿਨਿਸਟਰ ਸ਼ਿੰਗੇਰੂ ਇਸ਼ੀਬਾ ਕਰਕੇ ਜੋ ਹੈਗੇ ਆ, ਉਹਨਾਂ ਨੇ ਕਿਹਾ UK ਤੇ US ਉਹ ਸਾਡੇ ਨਾਲ ਰਲ ਕੇ ਜੋ ਆ ਇਸ ਇਸ਼ੂ ਦੇ ਉੱਤੇ ਵਰਕ ਕਰ ਰਹੇ ਹੈਗੇ ਆ ਅੰਡਰ ਪੈਰਿਸ ਐਗਰੀਮੈਂਟ। ਜਾਪਾਨ ਨੇ ਪਹਿਲਾਂ ਵੀ ਕਿਹਾ ਸੀ ਵੀ 2030 ਤਾਈਂ ਉਹ 46% ਜੋ ਐਮਿਸ਼ਨ ਆ ਉਹ ਘੱਟ ਕਰ ਦੇਣਗੇ ਜੀ। ਜਾਪਾਨ ਦੇ ਨਾਲ ਹੀ ਸੰਬੰਧਿਤ ਇੱਕ ਹੋਰ ਖਬਰ ਆ ਰਹੀ ਹੈ। ਜਾਪਾਨ ਤੇ ਚਾਈਨਾ ਵਾਲਿਆਂ ਦਾ ਆਪਸ ਦੇ ਵਿੱਚ ਉਦਾਂ ਖਾਸੀ ਜਿਹੜੀ ਲੜਾਈ ਆ ਉਹ ਵੀ ਰਹਿੰਦੀ ਆ, ਪਰ ਕਹਿੰਦੇ ਵੀ ਕਾਫੀ ਚਿਰਾਂ ਬਾਅਦ ਜਾਪਾਨ ਤੇ ਚਾਈਨਾ ਦੇ ਫੋਰਨ ਮਿਨਿਸਟਰ ਇੱਕ ਵਿਜ਼ਿਟ ਦੇ ਲਈ ਮੰਨੇ ਆ। ਕਹਿੰਦੇ ਸਿਕਿਉਰਿਟੀ ਨੂੰ ਲੈ ਕੇ ਵੀ ਡਾਇਲੋਗ ਗੱਲਬਾਤ ਕੀਤੀ ਜਾ ਸਕਦੀ ਆ। ਚਾਈਨਾ ਦੇ ਜਿਹੜੇ ਫੋਰਨ ਮਿਨਿਸਟਰ ਆ ਉਹ ਜਾਪਾਨ ਦੇ ਵਿੱਚ ਅਗਲੇ ਸਾਲ ਦੌਰੇ ਦੇ ਉੱਤੇ ਜਾਣ ਨੂੰ ਮੰਨ ਗਏ ਹੈਗੇ ਨੇ। ਚਾਈਨਾ ਦੇ ਦੁਆਰਾ ਹਾਲ ਦੀ ਘੜੀ ਜਿਹੜੇ ਜਾਪਾਨ ਦਾ ਸੀ ਫੂਡ ਆ ਉਸ ਦੇ ਇੰਪੋਰਟ ਦੇ ਉੱਤੇ ਰਿਸਟ੍ਰਿਕਸ਼ਨਸ ਲਗਾਈਆਂ ਹੋਈਆਂ ਨੇ, ਤੇ ਕਹਿੰਦੇ ਅਜੇ ਇਹ ਦੇਖਿਆ ਜਾ ਸਕਦਾ ਵੀ ਸ਼ਾਇਦ ਉਹਨਾਂ ਰਿਸਟ੍ਰਿਕਸ਼ਨਸ ਨੂੰ ਵੀ ਹਟਾਇਆ ਜਾਵੇ। ਜਾਪਾਨ ਦੇ ਦੁਆਰਾ ਚਾਈਨੀਜ਼ ਟੂਰਿਸਟ ਦੇ ਲਈ ਜਿਹੜੇ ਵੀਜ਼ਾ ਰੂਲਸ ਆ ਉਹਨਾਂ ਵਿੱਚ ਢਿੱਲ ਦੇਣ ਦੀ ਵੀ ਗੱਲ ਦੱਸੀ ਗਈ ਆ। ਉਧਰ ਜਾਪਾਨ ਨਾਰਥ ਕੋਰੀਆ ਜੋ ਕਿ ਚਾਈਨਾ ਦਾ ਵੱਡਾ ਇੱਕ ਸਾਥੀ ਹੈਗਾ ਆ, ਉਸ ਨੂੰ ਲੈ ਕੇ ਵੀ ਸਿਕਿਉਰਿਟੀ ਨੂੰ ਲੈ ਕੇ ਵੀ ਕਹਿੰਦੇ ਵੀ ਜਾਪਾਨ ਤੇ ਚਾਈਨਾ ਜਿਹੜੇ ਉਹ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਕਰਨਗੇ। ਕਹਿੰਦੇ ਵੀ ਈਵੈਂਟਸ ਜਿਹੜੀਆਂ ਆ ਉਹ ਕਦੋਂ ਤੇ ਕਿੱਥੇ ਜਿਹੜੀਆਂ ਹੋਣਗੀਆਂ ਉਸ ਬਾਰੇ ਕਹਿੰਦੇ ਵੀ ਆਪਸੀ ਇਹ ਦੋਨੋਂ ਵਫਦ ਆ ਜਿਹੜੀ ਉਹ ਹੁਣ ਗੱਲਬਾਤ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਇੱਕ ਇਕਨੋਮਿਕ ਡਾਇਲੋਗ ਦੇ ਤੌਰ ਦੇ ਉੱਤੇ ਵੀ ਹੋ ਸਕਦਾ ਆ। ਚਾਈਨੀਜ਼ ਜਿਹੜੇ ਆਈਵਾਇਆ ਦੀ ਜਿਹੜੀ ਉਹਨਾਂ ਦੀ ਚਾਈਨੀਜ਼ ਕੈਪੀਟਲ ਦੇ ਵਿੱਚ ਇੱਕ ਦਿਨ ਦਾ ਜਿਹੜਾ ਦੌਰਾ ਆ ਉਹ ਅਕਤੂਬਰ ਦੇ ਵਿੱਚ ਹੋਇਆ ਸੀਗਾ। ਸੋ ਉੱਥੇ ਕਹਿੰਦੇ ਵੀ ਐਗਰੀਮੈਂਟ ਹੋਇਆ ਸੀ ਵੀ ਭਾਈ ਤੁਸੀਂ ਵੀ ਸਾਡੇ ਜਿਹੜਾ ਉਹ ਆ ਕੇ ਜਿਹੜਾ ਉਹ ਜਾਇਓ, ਗੱਲਬਾਤ ਜਿਹੜੀ ਉਹ ਕਰਿਓ। ਸੋ ਜਾਪਾਨ ਚਾਈਨਾ ਦੇ ਨਾਲ ਥੋੜੀ ਨਜ਼ਦੀਕੀ ਵਧਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਿਹਾ ਹੈਗਾ ਆ। ਕਹਿੰਦੇ ਵੀ ਜੇ ਜਾਪਾਨ ਤੇ ਚਾਈਨਾ ਦੇ ਸੰਬੰਧ ਸਟੇਬਲ ਰਹਿੰਦੇ ਨੇ ਤਾਂ ਏਸ਼ੀਆ ਜਿਹੜਾ ਉਸ ਦੇ ਨਾਲ ਹੋਰ ਜ਼ਿਆਦਾ ਸਟੇਬਲ ਹੁੰਦਾ ਆ। ਇਹ ਜਿਹੜੇ ਚਾਈਨੀਜ਼ ਫੋਰਨ ਮਿਨਿਸਟਰ ਆ ਉਹਨਾਂ ਨੇ ਬਿਆਨ ਦਿੱਤਾ ਹੈਗਾ ਆ। ਜੀ, ਅਗਲੀ ਖਬਰ ਵੱਲ ਚਲੀਏ ਜੋ ਕੈਲੀਫੋਰਨੀਆ ਤੋਂ ਆ ਰਹੀ ਹੈ, ਖਾਸ ਕਰਕੇ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਜਦੋਂ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 20,000 ਤੋਂ ਵੱਧ ਡਾਊਨੀ ਜਿਹੜਾ ਸਦਰਨ ਕੈਲੀਫੋਰਨੀਆ ਦਾ ਏਰੀਆ ਆ ਉੱਥੇ ਲੋਕ ਬਿਜਲੀ ਤੋਂ ਬਿਨਾਂ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਕੈਲੀਫੋਰਨੀਆ ਐਡੀਸਨ ਜੋ ਉੱਥੇ ਦੀ ਬਿਜਲੀ ਦੀ ਕੰਪਨੀ ਆ ਉਹਦੇ ਕਸਟਮਰਸ ਕੱਟ ਦੇ ਨਾਲ ਹਿੱਟ ਹੋਏ ਹੈਗੇ ਆ। ਨੌਰਵਾਕ ਡਾਊਨੀ ਏਰੀਏ ਦੇ ਵਿੱਚ ਟਰਾਂਸਫਾਰਮਰ ਫੇਲ ਹੋ ਗਿਆ ਹੈਗਾ। ਇਹ 10 ਵਜੇ ਕੱਲ ਰਾਤੀ ਹੋਇਆ ਸੀ।
ਤੇ ਉਸ ਟਾਈਮ 24,000 ਤੋਂ ਵੱਧ ਐਡੀਸਨ ਦੇ ਕਸਟਮਰ ਜੋ ਡਾਊਨੀ ਟਾਊਨ ਹੈਗਾ ਉਹ ਆਊਟੇਜ ਫੇਸ ਕਰ ਰਹੇ ਸੀਗੇ। ਉਹ ਤੋਂ ਬਾਅਦ ਉਹਨਾਂ ਨੇ ਫਿਕਸ ਕੀਤਾ ਤੇ ਕੁਝ ਹਜ਼ਾਰ ਕੁ ਬੰਦੇ ਨੂੰ, ਜਿਹੜਾ ਹਜ਼ਾਰ ਕੁ ਲੋਕਾਂ ਨੂੰ ਦੁਬਾਰਾ ਫਿਰ ਬਿਜਲੀ ਦੇਣ ਦੇ ਵਿੱਚ ਕਾਮਯਾਬ ਹੋਏ ਹੈਗੇ ਆ। ਪਰ ਇੱਕ ਟਾਈਮ ਦੇ ਉੱਤੇ ਤਾਂ 40,000 ਲੋਕ ਬਿਜਲੀ ਤੋਂ ਬਿਨਾਂ ਸੀਗੇ। ਹਜੇ ਵੀ ਜੋ ਸਾਊਥ ਕਾਇਲ ਐਡੀਸਨ ਜੋ ਕੰਪਨੀ ਹੈਗੀ ਆ, ਉਹਨਾਂ ਦੇ EMPLOYE ਸਾਰੇ ਲੋਕਾਂ ਨੂੰ ਬਿਜਲੀ ਦੇਣ ਦੇ ਲਈ ਦੁਬਾਰਾ ਫਿਰ ਕੰਮ ਕਰਨ ਲੱਗੇ ਹੋਏ ਆ। ਈਵਨ ਦੋ ਛੁੱਟੀ ਹੈਗੀ ਆ, ਪਰ ਪੂਰੇ ਜ਼ੋਰ ਸ਼ੋਰ ਦੇ ਨਾਲ ਉਹ ਕੋਸ਼ਿਸ਼ ਕਰ ਰਿਹਾ ਹੈ। ਬੀਤੇ ਦਿਨਾਂ ਦੇ ਵਿੱਚ ਇੱਕ ਕਾਂਗਰਸ ਵੂਮਨ ਕਈ ਮਹੀਨਿਆਂ ਤੋਂ ਗਾਇਬ ਸੀਗੀ। ਉਹਦੇ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਵੀ ਗਈ ਤੇ ਗਈ ਕਿੱਥੇ। ਰਿਪਰੈਜ਼ੈਂਟੇਟਿਵ ਜਿਹੜੀ ਗ੍ਰੈਂਗਰ ਆ, ਉਹਨਾਂ ਦੀ ਐਬਸੈਂਸ ਨੇ ਕਿਹੜੇ ਕਹਿੰਦੇ ਵੀ ਨਵੇਂ ਸਵਾਲ ਜਿਹੜੇ ਉਹ ਸ਼ੁਰੂ ਕਰ ਦਿੱਤੇ ਆ। ਡਿਮੈਂਸ਼ੀਆ ਦੇ ਕਹਿੰਦੇ ਇਸ਼ੂ ਤੋਂ ਉਹ ਪੀੜਤ ਸੀ, ਜਿਨ੍ਹਾਂ ਨੂੰ ਆਪ ਹੀ ਜਿਹੜਾ ਉਹ ਭੁੱਲ ਜਾਂਦਾ ਸੀ ਵੀ ਉਹ ਕਿੱਥੇ ਨੇ ਤੇ ਕਿਵੇਂ ਆ। ਤੇ ਇੱਕ ਵਾਰੀ ਫੇਰ ਕਹਿੰਦੇ ਵੀ ਉਮਰ ਨੂੰ ਲੈ ਕੇ ਜਿਹੜਾ ਡਿਬੇਟ ਆ ਉਹ ਦੁਬਾਰਾ ਸ਼ੁਰੂ ਹੋਇਆ ਆ। 81 ਸਾਲਾਂ ਦੇ ਜਿਹੜੇ ਕਾਂਗਰਸ ਵੂਮਨ ਆ, ਉਹਨਾਂ ਦੀ ਜਿਹੜੀ ਸਿਚੁਏਸ਼ਨ ਆ, ਉਸਨੇ ਇੱਕ ਵਾਰੀ ਫੇਰ ਇਸ ਚਰਚਾ ਨੂੰ ਮੁੜ ਦੁਬਾਰਾ ਮੋਹਰੇ ਲੈ ਆਂਦਾ ਆ ਵੀ ਹੈਲਥ ਤੇ ਮੈਂਟਲ ਐਕੁਇਟੀ, ਜਿਹੜੇ ਬੁੱਢੇ ਹੋ ਰਹੇ ਅਧਿਕਾਰੀ ਆ, ਉਹਨਾਂ ਨੂੰ ਲੈ ਕੇ ਕਿੱਦਾਂ ਜਿਹੜੀ ਉਹ ਕਰਨੀ ਆ। ਕਹਿੰਦੇ ਵੀ ਜਿਹੜੀ ਰਿਪਬਲਿਕਨ ਪਾਰਟੀ ਦੀ ਟੈਕਸਸ ਤੋਂ ਜਿਹੜੀ ਗ੍ਰੈਂਗਰ ਆ, ਉਹ ਵੇਖਿਆ ਗਿਆ ਵੀ ਇੱਕ ਇੰਡੀਪੈਂਡੈਂਟ ਲਿਵਿੰਗ ਫੈਸਿਲਿਟੀ ਦੇ ਵਿੱਚ ਜੋ ਸੀਨੀਅਰਸ ਤੇ ਜਿੱਥੇ ਡਿਮੈਂਸ਼ੀਆ ਦੇ ਸਿੰਪਟਮ ਵਾਲੇ ਬਜ਼ੁਰਗ ਰਹਿ ਰਹੇ ਸੀ, ਉੱਥੇ ਕਈ ਮਹੀਨਿਆਂ ਤੋਂ ਰਹਿ ਰਹੀ ਸੀ, ਜਿਸ ਦੇ ਕਰਕੇ ਉਸਨੇ ਆਪਣੀਆਂ ਬਹੁਤ ਸਾਰੀਆਂ ਕਾਂਗਰਸ ਦੇ ਵਿੱਚ ਵੋਟਾਂ ਵੀ ਜਿਹੜੀਆਂ ਉਹ ਵੋਟ ਪਾਉਣ ਦੀ ਵੀ ਜਿਹੜੀ ਉਹ ਮਿਸ ਕਰ ਦਿੱਤੀ ਸੀ। ਕਹਿੰਦੇ ਵੀ ਉਸਨੇ ਇੱਕ ਹਾਊਸ ਦੀ ਅਪਰੋਪਰੀਏਸ਼ਨ ਕਮੇਟੀ ਦੀ ਚੇਅਰ ਦੀ ਪੋਸਟ ਵੀ ਰੀਸੈਂਟਲੀ ਜਿਹੜੀ ਉਹ ਛੱਡੀ ਸੀ। ਤੇ ਕਹਿੰਦੀ ਵੀ ਉਹਨੇ ਉਦਾਂ ਦੱਸ ਤੇ ਦਿੱਤਾ ਸੀਗਾ ਵੀ ਉਹ ਆਪਣੀ ਇਸ ਕਾਂਗਰੈਸ਼ਨਲ ਟਰਮ ਤੋਂ ਬਾਅਦ ਦੇ ਵਿੱਚ ਰਿਟਾਇਰ ਹੋਣ ਜਾ ਰਹੀ ਹੈਗੀ ਆ। ਇਹ ਇਕੱਲੀ ਕਾਂਗਰਸ ਵੂਮਨ ਨਹੀਂ ਆ ਜਿਹੜੀ ਇਦਾਂ ਬਜ਼ੁਰਗੀ ਦੀ ਹਾਲਤ ਦੇ ਵਿੱਚ ਰਹਿ ਰਹੀ ਆ। ਆਪਾਂ ਦੇਖਿਆ ਸੀ ਵੀ ਕੈਲੀਫੋਰਨੀਆ ਦੀ ਜਿਹੜੀ ਸੈਨੇਟਰ ਜਿਨ੍ਹਾਂ ਦਾ ਹੁਣ ਦੇਹਾਂਤ ਹੋ ਚੁੱਕਾ ਆ, ਉਹਨਾਂ ਦੀ ਵੀ ਉਮਰ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਸੀ ਤੇ ਉਹ ਵੀ ਕਾਫੀ ਜ਼ਿਆਦਾ ਬਿਮਾਰ ਰਹਿਣ ਲੱਗ ਪਏ ਸੀ। ਨੈਂਸੀ ਪਲੋਸੀ ਦੇ ਹੁਣੇ ਸੱਟ ਲੱਗੀ ਸੀ। ਜਿਹੜੇ ਮਿਚ ਮਕੌਨਲ ਆ, ਉਹ 2-3 ਵਾਰੀ ਜਿਹੜੇ ਉਹ ਇਸ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਹੀ ਜਿਹੜੇ ਉੱਥੇ ਹਿੱਲ ਦੇ ਉੱਤੇ ਜਿਹੜੇ ਉਹ ਡਿੱਗ ਪਏ ਹੈਗੇ ਆ। ਸੋ 80-90 ਸਾਲ ਵਾਲੇ ਜਿਹੜੇ ਬਜ਼ੁਰਗ ਸਿਆਸਤਦਾਨ ਆ, ਉਹਨਾਂ ਨੂੰ ਲੱਗਦਾ ਆ ਵੀ ਹੁਣ ਲਾਂਭੇ ਹੋਣਾ ਚਾਹੀਦਾ ਆ। ਟਰਮ ਲਿਮਿਟਸ ਦੀ ਚਰਚਾ ਹਮੇਸ਼ਾ ਚੱਲਦੀ ਆ, ਪਰ ਟਰਮ ਲਿਮਿਟਸ ਦੇ ਉੱਤੇ ਮੋਹਰ ਲਾਉਣ ਦੇ ਲਈ, ਉਸ ਦੇ ਉੱਤੇ ਵੋਟ ਪਾਉਣ ਦੇ ਲਈ ਇਹਨਾਂ ਹੀ ਬਜ਼ੁਰਗਾਂ ਦੀ ਵੋਟ ਦੀ ਇਵੈਂਚੁਅਲੀ ਜ਼ਰੂਰਤ ਪੈਂਦੀ ਆ ਤੇ ਇਹ ਆਪਣੀ ਟਰਮ ਨੂੰ ਲਿਮਿਟ ਕਰਨ ਦੇ ਵਿੱਚ ਕਦੀ ਵੀ ਜਿਹੜਾ ਉਹ ਅੱਗੇ ਨਹੀਂ ਵੱਧਦੇ। ਇਸ ਵੇਲੇ ਆਪਣੇ ਕੋਲ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਆ ਤੇ ਜਿਹੜੇ ਆ ਰਹੇ ਆ, ਜਦੋਂ ਤੱਕ ਉਹਨਾਂ ਦੀ ਟਰਮ ਹੋਣੀ ਆ ਤੇ ਉਹਨਾਂ ਨੇ ਬਾਈਡਨ ਹੋਣਾ ਦਾ ਰਿਕਾਰਡ ਜਿਹੜਾ ਆ ਉਹ ਵੀ ਤੋੜ ਦੇਣਾ ਹੈਗਾ ਆ। ਸੋ ਪਿਛਲੀ ਵਾਰੀ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਨੂੰ ਸਹੁੰ ਚੁਕਾਈ ਸੀ, ਇਸ ਵਾਰ ਉਸ ਤੋਂ ਵੀ ਬਜ਼ੁਰਗ ਰਾਸ਼ਟਰਪਤੀ ਨੂੰ ਜਿਹੜੀ ਉਹ ਸਹੁੰ ਚੁਕਾਈ ਜਾਣੀ ਆ। ਸੋ ਅਮਰੀਕਾ ਦੇ ਵਿੱਚ ਬਜ਼ੁਰਗ ਸਿਆਸਤਦਾਨਾਂ ਦੀ ਜਿਹੜੀ ਸਮੱਸਿਆ ਹੈ ਉਹ ਇਸ ਟਾਈਮ ਖਾਸੀ ਮੋਹਰੇ ਜਿਹੜੀ ਹੋ ਕੇ ਚੱਲ ਰਹੀ ਹੈਗੀ ਆ। 76 ਸਾਲਾ 77 ਸਾਲਾ ਜਿਹੜੇ ਰਿਪਰੈਜ਼ੈਂਟੇਟਿਵ ਨੇ ਰੌਲ ਗ੍ਰਿਜਾਵਲਾ ਤੇ ਜੈਰੀ ਨੈਡਲਰ, ਉਹਨਾਂ ਨੇ ਕਹਿੰਦੇ ਵੀ ਆਪਣੀਆਂ ਜਿਹੜੀਆਂ ਟੌਪ ਦੀਆਂ ਪੋਜੀਸ਼ਨਸ ਆ ਉਹ ਰੱਖਣ ਦੇ ਲਈ ਜਿਹੜੀ ਅੱਗੇ ਵੱਧਦੇ ਸੀਗੇ ਉਸ ਨੂੰ ਪਿੱਛੇ ਜਿਹੜਾ ਉਹ ਹੁਣ ਹੋ ਹਟੇ ਹੈਗੇ ਆ। ਸੋ ਇੱਕ ਪਾਸੇ 35 ਸਾਲ ਦੇ ਜਿਹੜੇ 20+ ਦੇ ਵਿੱਚ ਜਿਹੜੇ ਆ ਕੁਝ ਨਵੇਂ ਸਿਆਸਤਦਾਨ ਆ ਰਹੇ ਆ, ਦੂਜੇ ਪਾਸੇ ਆਪਣੇ ਕੋਲ ਇਦਾਂ ਦੇ ਬਜ਼ੁਰਗ ਜਿਹੜੇ ਸਿਆਸਤਦਾਨ ਆ ਉਹ ਵੀ ਬੈਠੇ ਪਏ ਆ। ਪਰ ਇੱਕ ਕਾਂਗਰਸ ਵੂਮਨ ਜੋ ਡਿਮੈਂਸ਼ੀਆ ਤੋਂ ਪੀੜਤ ਸੀ, ਜਿਹੜੀ 6 ਮਹੀਨੇ ਤੱਕ ਇੱਕ ਲਿਵਿੰਗ ਅਸਿਸਟਡ ਲਿਵਿੰਗ ਵਾਲੇ ਦੇ ਵਿੱਚ ਉੱਥੇ ਰਹਿ ਰਹੀ ਸੀਗੀ, ਬਜ਼ੁਰਗਾਂ ਵਾਲੇ ਦੇ ਵਿੱਚ ਰਹਿ ਰਹੀ ਸੀ, ਪਿੱਛੋਂ ਵੋਟਾਂ ਮਿਸ ਕਰ ਰਹੀ ਸੀ, ਕਿਸੇ ਨੂੰ ਉਸ ਦੇ ਬਾਰੇ ਪਤਾ ਹੀ ਨਹੀਂ ਸੀਗਾ। ਇਸ ਦੇ ਨਾਲ ਕਹਿੰਦੇ ਵੀ ਇੱਕ ਗਹਿਰੀ ਚਿੰਤਾ ਜ਼ਰੂਰ ਪੋਲੀਟੀਕਲ ਖੇਮਿਆਂ ਦੇ ਵਿੱਚ ਤੇ ਕਿੱਦਾਂ ਜਿਹੜੀ ਲਾਅ ਮੇਕਿੰਗ ਹੁੰਦੀ ਆ ਉਸ ਨੂੰ ਲੈ ਕੇ ਦੁਬਾਰਾ ਛਿੜੀ ਹੈਗੀ ਆ। ਅਗਲੀ ਖਬਰ ਵਿੱਚ ਚਲੀਏ। ਵੌਇਸ ਆਫ ਅਮਰੀਕਾ ਰਿਪੋਰਟ ਕਰ ਰਿਹਾ ਵੀ ਇੰਡੀਆ ਤੇ ਬੰਗਲਾਦੇਸ਼ ਦੇ ਜਿਹੜੇ ਡਿਪਲੋਮੈਟਿਕ ਚੈਲੰਜ ਆ ਉਹ ਕਾਫੀ ਜਿਹੜੇ ਹੁਣ ਬੈਡ ਹੁੰਦੇ ਜਾਪਦੇ ਹੈਗੇ ਆ। ਜਿਹੜੀ ਉੱਥੇ ਦੀ ਸਾਬਕਾ ਰਾਸ਼ਟਰਪਤੀ ਹਸੀਨਾ ਆ, ਉਸ ਨੂੰ ਸਾਬਕਾ ਪ੍ਰਾਈਮ ਮਿਨਿਸਟਰ ਸ਼ੇਖ ਹਸੀਨਾ ਆ, ਉਸ ਨੂੰ ਐਕਸਟ੍ਰਾਡਾਈਟ ਕਰਨ ਦੇ ਲਈ ਬੰਗਲਾਦੇਸ਼ ਨੇ ਫਾਰਮਲੀ ਆਪਣੀ ਜਿਹੜੀ ਰਿਕੁਐਸਟ ਆ ਉਹ ਇੰਡੀਆ ਦੇ ਕੋਲ
ਦੇ ਦਿੱਤੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਮਹੀਨਿਆਂ ਦੇ ਵਿੱਚ ਬਹੁਤ ਵੱਡੇ ਮਾਸ ਪ੍ਰੋਟੈਸਟ ਹੋਏ ਸੀ, ਜਿਨ੍ਹਾਂ ਦੇ ਵਿੱਚ ਸਟੂਡੈਂਟ ਅੱਗੇ ਸੀ ਤੇ ਕਈ ਸਟੂਡੈਂਟਸ ਦੀ ਮੌਤ ਵੀ ਹੋਈ ਸੀਗੀ। ਤੇ ਬੰਗਲਾਦੇਸ਼ ਦੀ ਪ੍ਰਾਈਮ ਮਿਨਿਸਟਰ ਹਸੀਨਾ ਭੱਜ ਕੇ ਇੰਡੀਆ ਦੇ ਵਿੱਚ ਚਲੇ ਗਈ ਸੀ ਤੇ ਇੰਡੀਆ ਦੇ ਵਿੱਚ ਉਸਨੇ ਆਪਣਾ ਜੋ ਪੋਲੀਟੀਕਲ ਅਸਾਈਲਮ ਆ ਕਹਿੰਦੇ ਵੀ ਉਹ ਅਪਲਾਈ ਕਰ ਦਿੱਤਾ ਸੀ। ਉਸ ਤੋਂ ਬਾਅਦ ਇੰਡੀਆ ਵਾਲਿਆਂ ਨੇ ਕਾਫੀ ਰੌਲਾ ਪਾਇਆ ਵੀ ਜੋ ਮਿਨੋਰਟੀਜ਼ ਆ, ਖਾਸ ਕਰਕੇ ਹਿੰਦੂ ਲੋਕ ਹੈਗੇ ਆ, ਉਹਨਾਂ ਨੂੰ ਉੱਥੇ ਮਾਰਿਆ ਕੁੱਟਿਆ ਜਾ ਰਿਹਾ, ਤੰਗ ਕੀਤਾ ਜਾ ਰਿਹਾ ਹੈਗਾ। ਤੇ ਹੁਣ ਜਿਸ ਟਾਈਮ ਦੇ ਉੱਤੇ ਢਾਕਾ ਤੋਂ ਜੋ ਉਹਨਾਂ ਨੇ ਫਾਰਮਲ ਐਕਸਟ੍ਰੈਡੀਸ਼ਨ ਦੀ ਅਪੀਲ ਫਾਈਲ ਕਰ ਦਿੱਤੀ ਆ ਤੇ ਉਹਦੇ ਨਾਲ ਰਿਲੇਸ਼ਨ ਹੋਰ ਜ਼ਿਆਦਾ ਖਰਾਬ ਹੋਣਗੇ ਅਨਲੈਸ ਕਿ ਉਹ ਸ਼ੇਖ ਹਸੀਨਾ ਨੂੰ ਵਾਪਸ ਬੰਗਲਾਦੇਸ਼ ਭੇਜ ਦੇਣ। ਬੰਗਲਾਦੇਸ਼ ਦੀ ਜਿਹੜੀ ਮੌਜੂਦਾ ਸਰਕਾਰ ਆ ਉਹ ਕਹਿੰਦੀ ਵੀ ਉਹਦੇ ਉੱਤੇ ਬਹੁਤ ਜ਼ਿਆਦਾ ਕਰਪਸ਼ਨ ਦੇ ਚਾਰजेस ਹੈਗੇ ਆ ਤੇ ਲੋਕਾਂ ਨੂੰ ਮਾਰਨ ਦੇ ਜੈਨੋਸਾਈਡ ਦੇ ਉਹਦੇ ਉੱਤੇ ਜਿਹੜੇ ਚਾਰजेस ਆ, ਇਸ ਕਰਕੇ ਉਸ ਨੂੰ ਅਸੀਂ ਆਪਣੇ ਮੁਲਕ ਦੇ ਵਿੱਚ ਲਿਆ ਕੇ ਉਹਨੂੰ ਜਿਹੜਾ ਚਾਰਜ ਕਰਨਾ ਹੈ। ਕਹਿੰਦੇ ਵੀ 15 ਸਾਲਾਂ ਦਾ ਰੂਲ ਜੋ ਸ਼ੇਖ ਹਸੀਨਾ ਆ, ਜਿਸ ਨੂੰ ਇੰਡੀਆ ਵਾਲੇ ਹਮੇਸ਼ਾ ਬੈਕਿੰਗ ਕਰਦੇ ਸੀ ਜਿਹਦੀ ਉਸਨੇ ਕਹਿੰਦੇ ਵੀ ਡੈਮੋਕ੍ਰੇਸੀ ਖਤਮ ਕੀਤੀ ਉਸ ਮੁਲਕ ਦੇ ਵਿੱਚ ਤੇ ਲੋਕਾਂ ਨੂੰ ਕੁੱਟਿਆ ਮਾਰਿਆ ਲੁੱਟਿਆ। ਸੋ ਉਸ ਤੋਂ ਬਾਅਦ ਉਹ ਭੱਜ ਕੇ ਇੱਥੇ ਆ ਗਈ ਤੇ ਹੁਣ ਅਸੀਂ ਉਸ ਨੂੰ ਵਾਪਸ ਲੈ ਕੇ ਜਾਣਾ ਆ। ਇੰਡੀਆ ਵਾਲੇ ਦੇਖੋ ਇਸ ਰਿਕੁਐਸਟ ਦੇ ਉੱਤੇ ਕੀ ਕਰਦੇ ਆ, ਜੇ ਨਹੀਂ ਕੋਈ ਐਕਟ ਕਰਦੇ ਹੈਗੇ ਤੇ ਦੋਨਾਂ ਮੁਲਕਾਂ ਦੇ ਜਿਹੜੇ ਰਿਲੇਸ਼ਨ ਆ ਉਹ ਇਸ ਟਾਈਮ ਕਹਿੰਦੇ ਬੜੀ ਬੁਰੀ ਸਿਚੁਏਸ਼ਨ ਦੇ ਵਿੱਚ ਬਣੇ ਹੋਏ ਹੈਗੇ। ਜੀ ਬਿਲਕੁਲ। ਹਰਜੋਤ ਸਿੰਘ ਜੀ, ਇੱਕ ਛੋਟੀ ਜਿਹੀ ਹੋਰ ਬ੍ਰੇਕ ਦਾ ਵਕਤ ਹੋ ਗਿਆ, ਉਸ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ। ਆਪਣੇ ਸਰੋਤਿਆਂ ਦੇ ਨਾਲ ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ। ਜੀ ਬਿਲਕੁਲ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਅਮਰੀਕਾ ਦੇ ਵਿੱਚ ਜਿਹੜੇ ਡਰੱਗ ਸਟੋਰਸ ਆ, ਜਿਸ ਤਰ੍ਹਾਂ ਵਾਲਗਰੀਨ ਆ, CVS ਆ, ਧੜਾ ਧੜ 100 ਦੀ ਗਿਣਤੀ ਦੇ ਵਿੱਚ ਬੰਦ ਹੋਣ ਜਾ ਰਹੇ ਆ ਜਾਂ ਬੰਦ ਹੋ ਗਏ ਹੈਗੇ ਆ। ਇਹਦਾ ਜਿਹੜਾ ਆ ਰੀਅਲ ਸਟੇਟ ਦੇ ਉੱਤੇ ਵੀ ਬੜਾ ਵੱਡਾ ਅਸਰ ਪੈ ਰਿਹਾ ਹੈਗਾ। ਬਿਗ ਚੇਨਸ ਜਿਨ੍ਹਾਂ ਦੇ ਵਿੱਚ ਵਾਲਗਰੀਨਸ ਆ, CVS ਆ, ਹੰਡਰਡਸ ਆਫ ਲੋਕੇਸ਼ਨ, ਤੇ ਇਸ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਇੰਡੀਪੈਂਡੈਂਟ ਜਿਹੜੀਆਂ ਫਾਰਮੇਸੀਜ਼ ਆ ਉਹ ਸਟਰਗਲ ਕਰ ਰਹੀਆਂ ਹੈਗੀਆਂ ਸਰਵਾਈਵ ਕਰਨ ਦੇ ਲਈ। CVS ਨੇ ਹੁਣ ਤੱਕ 900 ਤੋਂ ਵੱਧ ਜਿਹੜੇ ਸਟੋਰ ਆ ਪਿਛਲੇ 3 ਸਾਲਾਂ 'ਚ ਬੰਦ ਕਰ ਦਿੱਤੇ ਆ, ਤੇ 2025 'ਚ ਕਹਿੰਦੇ 270 ਹੋਰ ਬੰਦ ਕਰ ਦੇਣੇ ਹੈਗੇ ਆ। ਵਾਲਗਰੀਨ ਨੇ 1000 ਤੋਂ ਵੱਧ ਜਿਹੜੇ ਸਟੋਰ ਆ ਪਿਛਲੇ 6 ਸਾਲਾਂ ਦੇ ਵਿੱਚ ਬੰਦ ਕਰ ਦਿੱਤੇ ਆ, ਤੇ ਆਉਣ ਵਾਲੇ 3 ਸਾਲਾਂ 'ਚ 1300 ਤੋਂ ਵੱਧ ਜਿਹੜੇ ਆ ਉਹ ਬੰਦ ਕਰ ਦੇਣਗੇ। ਜਿਹੜਾ ਰਾਈਟ ਏਡ ਆ ਉਹ ਬੈਂਕਰਪਸੀ ਪ੍ਰੋਸੀਡਿੰਗ ਦੇ ਵਿੱਚੋਂ ਹੀ ਹਜੇ ਨਿਕਲਿਆ ਸਤੰਬਰ ਮਹੀਨੇ ਦੇ ਵਿੱਚ, ਤੇ ਉਹਨਾਂ ਨੇ ਜਿਹੜੀਆਂ ਦਰਜਨਾਂ ਦੇ ਕਰੀਬ ਆਪਣੀਆਂ ਸਰਪਲਸ ਪ੍ਰਾਪਰਟੀਆਂ ਆ ਉਹ ਲੀਜ਼ ਦੇ ਲਈ ਦਿੱਤੀਆਂ ਗਈਆਂ ਹੈ, ਉਹਨਾਂ ਨੇ ਦਿੱਤੀਆਂ ਹੈਗੀਆਂ। ਕਹਿੰਦੇ ਭਈ ਜੋ ਡਰੱਗ ਰੀਇੰਬਰਸਮੈਂਟ ਰੇਟ ਹੈਗਾ ਖਾਸ ਕਰਕੇ ਇੰਸ਼ੋਰੈਂਸ ਕੰਪਨੀਆਂ ਵੱਲੋਂ ਉਹ ਬਹੁਤ ਸਖਤ ਆ, ਤੇ ਉਹਨਾਂ ਨੂੰ ਜਿਹੜੇ ਪੈਸੇ ਆ ਜਾਂ ਉਹਨਾਂ ਦਾ ਪ੍ਰੋਫਿਟ ਆ ਉਹ ਬਹੁਤ ਜ਼ਿਆਦਾ ਘਟ ਗਿਆ ਆ ਦਵਾਈਆਂ ਦੇ ਵਿੱਚ। ਦੂਸਰੇ ਪਾਸੇ ਕੀ ਆ ਵੀ ਜਿਹੜੇ ਸਟੋਰਾਂ ਦੇ ਵਿੱਚ ਬਾਕੀ ਦਾ ਸਮਾਨ ਆ ਜਿੱਦਾਂ ਵਾਲਗਰੀਨ ਜਾਂ CVS 'ਚ ਜਿਨ੍ਹਾਂ 'ਚ ਗ੍ਰੀਟਿੰਗ ਕਾਰਡ ਆ, ਹੋਰ ਕਾਸਮੈਟਿਕਸ ਹੈਗੇ ਆ, ਉਹਨਾਂ ਦੀ ਸੇਲ ਵੀ ਬਹੁਤ ਜ਼ਿਆਦਾ ਘਟ ਗਈ ਆ, ਜਾਂ ਉਹਨਾਂ ਦਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਬਹੁਤ ਜ਼ਿਆਦਾ ਘਟ ਗਿਆ ਹੈਗਾ। CVS ਹੈਲਥ ਦੇ ਜਿਹੜੇ ਸ਼ੇਅਰ ਆ 40% ਡਾਊਨ ਚਲੇ ਗਏ ਹੈਗੇ, ਵਾਲਗਰੀਨ ਦੇ 60% ਦੇ। ਬਹੁਤ ਸਾਰੇ ਲੋਕ ਇਹਨਾਂ ਸਟੋਰਾਂ 'ਚ ਫਾਰਮਾਸਿਸਟ, ਫਾਰਮੇਸੀ ਟੈਕਨੀਸ਼ੀਅਨ ਕੰਮ ਕਰਦੇ ਆ, ਤੇ ਹਾਲਾਂਕਿ ਅਮਰੀਕਾ ਦੇ ਵਿੱਚ ਜੋ ਡਰੱਗ ਪ੍ਰਿਸਕ੍ਰਿਪਸ਼ਨ ਦਾ ਬਿਜ਼ਨਸ ਆ ਉਹ $621 ਬਿਲੀਅਨ ਦਾ ਆ, ਪਰ ਕਹਿੰਦੇ ਵੀ ਇਹਨਾਂ ਦੀ ਕਾਸਟ ਬਹੁਤ ਜ਼ਿਆਦਾ ਆ। 1,25,000 ਦੇ ਕਰੀਬ ਫਾਰਮਾਸਿਸਟ ਦੀ ਤਨਖਾਹ ਆ। ਹੁਣ ਤੁਸੀਂ ਦੇਖੋ ਵੀ ਜੇ 2-2,500 ਸਟੋਰ ਬੰਦ ਹੋ ਗਿਆ, ਉੱਥੇ 2-2 3-3 ਤਾਂ ਫਾਰਮਾਸਿਸਟ ਹੋਊਗੇ, ਟੈਕਨੀਸ਼ੀਅਨ ਹੋਊਗੇ। ਸੋ ਆਨਲਾਈਨ ਜਿਹੜੀ ਆਰਡਰਿੰਗ ਚੱਲ ਰਹੀ ਹੈਗੀ ਆ ਉਹਦੇ ਨਾਲ ਜਿਹੜੇ ਰੀਟੇਲ ਬਿਜ਼ਨੈਸਸ ਆ ਉਹ ਬੰਦ ਹੋ ਰਹੇ ਆ। ਕਹਿੰਦੇ ਚੇਨ ਡਰੱਗ ਸਟੋਰਸ ਤੇ ਹੋਰ 60,000 ਦੇ ਕਰੀਬ ਫਾਰਮੇਸੀਜ਼ ਹੈਗੀਆਂ ਆ ਅਮਰੀਕਾ ਦੇ ਵਿੱਚ, ਪਰ ਜਿਨ੍ਹਾਂ ਲੋਕਾਂ ਨੇ ਹੁਣ ਉਹ ਬਿਲਡਿੰਗਸ ਲਈਆਂ ਆ ਵਾਲਗਰੀਨ ਵਾਲੀਆਂ, CVS ਵਾਲੀਆਂ, ਮਿਲੀਅਨਸ ਆਫ ਡਾਲਰ 'ਚ ਗਾਹਾਂ ਲੀਜ਼ ਦਿੱਤੀਆਂ ਉਹਨਾਂ ਨੂੰ, ਸੋ ਉਹ ਜਦੋਂ ਉੱਥੋਂ ਚੱਲ ਗਏ ਤੇ ਉਹ ਟੋਟਲੀ ਜਿਹੜੀਆਂ ਖਾਲੀ ਹੋ ਜਾਣੀਆਂ ਹੈਗੀਆਂ। ਤੁਸੀਂ ਆਮ ਦੇਖਦੇ ਹੋਣੇ ਆ ਹਰ ਸ਼ਹਿਰ ਦੇ ਵਿੱਚ ਵਾਲਗਰੀਨ, CVS, ਰਾਈਟ ਏਡ, ਇਹਨਾਂ ਦੀਆਂ ਬਿਲਡਿੰਗਸ ਜਿਹੜੀਆਂ ਐਮਪਟੀ ਪਈਆਂ ਇਸ ਵੇਲੇ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਮਰੀਕਾ ਦੇ ਵਿੱਚ ਕ੍ਰਿਸਮਸ ਡੇ ਵਾਲੇ ਦਿਨ ਜਾਂ ਬਾਕੀ ਦਿਨਾਂ ਦੇ ਮੁਕਾਬਲੇ ਗੇਮਸ ਜਿਹੜੀਆਂ ਉਹ ਹੁੰਦੀਆਂ। ਸੋ ਅੱਜ NFL ਦੀਆਂ ਗੇਮਾਂ 2 ਹੋਣਗੀਆਂ। ਪਹਿਲੀ ਵਾਰ ਨੈਟਫਲਿਕਸ ਦੇ ਉੱਤੇ ਜਿਹੜੀਆਂ ਗੇਮਸ ਆ ਉਹ ਸਟ੍ਰੀਮ ਕੀਤੀਆਂ ਜਾਣਗੀਆਂ। ਸੋ ਨੈਟਫਲਿਕਸ ਦੇ ਲਈ ਵੀ ਬੜੀ ਇੱਕ ਵਕਾਰ ਦਾ ਜਿਹੜਾ ਇਹ ਗੱਲ ਬਣੀ ਆ। ਚੀਫਸ ਤੇ ਸਟੀਲਰਸ ਟੌਪ ਦੀਆਂ ਆਪਣੀਆਂ ਗਰੁੱਪ ਦੇ ਵਿੱਚ ਜਿਹੜੀਆਂ ਟੀਮਾਂ ਆ ਉਹਨਾਂ ਦਾ ਮੁਕਾਬਲਾ ਅੱਜ ਹੋਣਾ। ਹੁਣ ਇਨਫੈਕਟ ਸ਼ੁਰੂ ਹੋ ਗਿਆ ਹੋਣਾ, 10 ਵਜੇ ਸ਼ੁਰੂ ਹੋਣਾ ਸੀ। ਰੇਵਨਸ ਤੇ ਟੈਕਸਨਸ ਇਹਨਾਂ ਨੇ 1:30 ਵਜੇ ਆਪਸ ਦੇ ਵਿੱਚ ਭਿੜਨਾ ਹੈਗਾ। ਸੋ ਲੋਕ ਛੁੱਟੀ ਨੂੰ ਇੰਜੋਏ ਕਰਦੇ ਨੇ, ਗੇਮਸ ਜਿਹੜੀਆਂ ਆ ਉਹ ਇੰਜੋਏ ਕਰਦੇ ਨੇ। ਬਾਕੀ ਇਹ ਆ ਵੀ ਤਕਰੀਬਨ ਸਾਰਾ ਕੁਝ ਅੱਜ ਬਾਹਰ ਬੰਦ ਹੀ ਹੋਣਾ ਆ। ਬਹੁਤ ਘੱਟ ਸਟੋਰ ਜਿਹੜੇ ਆ ਉਹ ਤੁਹਾਡੇ ਓਪਨ ਹੋਣਗੇ। ਅਮਰੀਕਾ ਦੇ ਵਿੱਚ ਕ੍ਰਿਸਮਸ ਵਾਲੇ ਦਿਨ ਗਿਫਟਸ ਦਾ ਲੈਣ ਦੇਣ ਬਹੁਤ ਜ਼ਿਆਦਾ ਹੁੰਦਾ ਆ, ਤੇ ਕਈ ਜਣੇ ਅਖੀਰਲੇ ਮੌਕੇ ਦੇ ਉੱਤੇ ਵੇਖਦੇ ਆ ਵੀ ਕੁਛ ਨਾ ਕੁਛ ਮਿਲ ਜਾਵੇ, ਪਰ ਮੈਜੋਰਟੀ ਆਫ ਦਾ ਜਿਹੜੇ ਵੱਡੇ ਸਟੋਰ ਆ ਉਹ ਤੁਹਾਨੂੰ ਬੰਦ ਮਿਲਣਗੇ। ਇਹ ਦੌਰ ਆਪਾਂ ਹਰਜੋਤ ਸਿੰਘ ਜੀ ਦੇਖਿਆ, ਪਹਿਲਾਂ ਜਦੋਂ ਮੈਂ ਆਇਆ ਉਦੋਂ ਲਾਈਨਾਂ ਲੱਗਦੀਆਂ ਹੁੰਦੀਆਂ ਸੀ, ਫਿਰ ਕ੍ਰਿਸਮਸ ਈਵ ਵਾਲੇ ਦਿਨ ਏਦਾਂ ਲੋਕਾਂ ਨੇ ਲਾ ਕੇ ਖੜ ਜਾਣਾ, ਫਿਰ ਕ੍ਰਿਸਮਸ ਵਾਲੇ ਦਿਨ ਖੁੱਲਣ ਲੱਗ ਗਏ। ਫਿਰ ਹੁਣ ਦੁਬਾਰਾ ਪਿਛਲੇ ਕੁਛ ਕੁ ਸਾਲਾਂ ਤੋਂ ਇਹ ਵਾਪਸ ਮੋੜਾ ਪਿਆ ਆ ਵੀ ਜਿਹੜੇ ਸਟੋਰ ਆ ਦੁਬਾਰਾ ਛੁੱਟੀ ਜਿਹੜੀ ਉਹ ਕਰਨ ਲੱਗ ਗਏ ਆ, ਬੰਦ ਜਿਹੜੇ ਉਹ ਹੋਣ ਲੱਗ ਗਏ ਆ। ਇੱਥੋਂ ਤੱਕ ਕਿ ਜਿਹੜੇ 24 ਆਵਰ ਵੀ ਕਿਤੇ ਗਏ ਸੀ ਸਟੋਰਸ ਕੋਵਿਡ ਤੋਂ ਬਾਅਦ ਦੇ ਵਿੱਚ, ਉਹ ਵੀ ਮੁੜ ਕੇ ਆਪਣੇ ਆਵਰਸ ਆ ਉਹਨਾਂ ਨੇ ਉੱਥੇ
ਘਟਾ ਦਿੱਤੇ ਸੀਗੇ। ਸੋ ਬਹੁਤ ਥੋੜ੍ਹੇ ਸਟੋਰ ਹੋਣਗੇ ਆਲੇ ਦੁਆਲੇ ਤੁਹਾਡੇ, ਜਿੱਥੇ ਤੁਹਾਨੂੰ ਜਿਹੜੇ ਅੱਜ ਜਿਹੜੇ ਓਪਨ ਜਿਹੜੇ ਮਿਲਣਗੇ। ਕਈ ਰੈਸਟੋਰੈਂਟਸ ਵਗੈਰਾ ਜਿਹੜੇ ਤੁਹਾਨੂੰ ਬਾਹਰ ਖਾਣ ਪੀਣ ਦੇ ਲਈ, ਹੋਰ ਚੀਜ਼ਾਂ ਦੇ ਲਈ ਜਿਹੜੇ ਉਹ ਮਿਲ ਸਕਦੇ ਆ, ਪਰ ਮੈਜੋਰਟੀ ਦੇ ਵਿੱਚ ਜਿਹੜੇ ਉਹ ਬੰਦ ਰਹਿਣਗੇ। ਇੰਨਾ ਆਪਾਂ ਨੂੰ ਪਤਾ ਵੀ ਜਿਹੜੇ ਪੰਜਾਬੀ ਜਾਂ ਇੰਡੀਅਨ ਸਟੋਰ ਆ ਉਹ ਜ਼ਿਆਦਾਤਰ ਜਿਹੜੇ ਉਹ ਖੁੱਲ੍ਹੇ ਹੋਣਗੇ, ਜੇ ਤੁਹਾਨੂੰ ਜੀ ਉੱਥੋਂ ਜੇ ਕੁਛ ਚਾਹੀਦਾ ਹੋਵੇ ਤਾਂ। ਜੀ, ਤੇ ਹਰਜੋਤ ਸਿੰਘ ਜੀ, ਹੁਣ ਲੈਂਦੇ ਆਪਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ।